ਪੰਜਾਬ ਤੋਂ ਬਹੁਤ ਸਾਰੀਆਂ ਕੁੜੀਆਂ ਇੱਥੇ ਪੜ੍ਹਨ ਆਉਂਦੀਆਂ, ਮੁੰਡੇ ਵੀ ਪੜ੍ਹਨ ਆਉਂਦੇ ਆ। ਕੁੜੀਆਂ ਦੇ ਬਾਰੇ ਇੱਕ ਮੀਡੀਆ ਨੇ ਖਾਸ ਕਿਸਮ ਦੀ ਚਰਚਾ ਛੇੜੀ ਆ, ਖਾਸ ਕਰ ਜਿਹੜੀਆਂ ਸਟੂਡੈਂਟਸ ਕੁੜੀਆਂ ਆ ਉਹਨਾਂ ਦੇ ਬਾਰੇ ਕਮਿਊਨਿਟੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਕਿ ਕੀ ਸੱਚਮੁੱਚ ਇੱਥੇ ਜੋ ਕੁਝ ਹੋ ਰਿਹਾ, ਜਿਹੜੀਆਂ ਕੁੜੀਆਂ ਨੇ ਇੱਥੇ ਪੰਜਾਬੀ ਕਮਿਊਨਿਟੀ ਦੀਆਂ, ਉਹ ਕੋਈ ਗਲਤ ਕੰਮ ਕਰ ਰਹੀਆਂ ਜਾਂ ਪੈਸੇ ਦੇ ਲਾਲਚ ਲਈ, ਪੈਸੇ ਕਮਾਉਣ ਦੇ ਲਈ ਆਪਣੇ ਆਪ ਨੂੰ ਵੇਚਣ ਵਰਗਾ ਕੰਮ ਕਰ ਰਹੀਆਂ। ਜਦੋਂ ਇਹ ਮੈਸੇਜ ਇੱਥੋਂ ਦੇ ਮੀਡੀਆ ਦਾ ਪੰਜਾਬ ਦੇ ਵਿੱਚ ਗਿਆ, ਉੱਥੋਂ ਬਹੁਤ ਸਾਰੀਆਂ ਫੋਨ ਕਾਲ, ਬਹੁਤ ਸਾਰੇ ਮੈਸੇਜਸ ਆ ਰਹੇ ਆ ਕਿ ਕੀ ਕੈਨੇਡਾ ਦੇ ਵਿੱਚ ਜਿਹੜੀ ਪੜ੍ਹਨ ਆਉਂਦੇ ਨਿਆਣੇ ਆ ਉਹ ਆਹ ਕੰਮ ਕਰ ਰਹੇ ਆ ਜਿਹੜਾ ਇਹ ਕੁਛ ਖਾਸ ਕਿਸਮ ਦਾ ਮੀਡੀਆ ਦਿਖਾ ਰਿਹਾ, ਜਾਂ ਮੀਡੀਆ ਦੇ ਵਿੱਚ ਜਾ ਕੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਹੈ। ਮੇਰੀਆਂ ਬਹੁਤ ਸਾਰੀਆਂ ਫਰੈਂਡਸ ਨੇ ਇੱਥੇ ਕੁੜੀਆਂ ਜਿਹੜੀਆਂ ਕਿ ਬਹੁਤ ਵਧੀਆ ਪੋਜੀਸ਼ਨਸ 'ਤੇ ਕੰਮ ਕਰਦੀਆਂ ਪਈਆਂ ਨੇ, ਜਿਨ੍ਹਾਂ ਨੇ 5 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਆ। ਕੋਈ ਉਹਨਾਂ ਦੇ ਬਾਰੇ ਕਿਉਂ ਨਹੀਂ ਬੋਲਦਾ ਹੈਗਾ? ਜਿਹੜਾ ਹਰ ਕੋਈ ਗਲਤ ਕੀ ਬੋਲ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟ, ਜਿਹੜਾ ਕੋਈ ਆਂਦਾ ਬੋਲ ਦਿੰਦਾ ਕਿ ਇੰਨਾ ਗੰਦ ਪਾਇਆ ਬੇਸਮੈਂਟਾਂ 'ਚ ਜੀ, ਇੰਨਾ ਖਲਾਰਾ ਪਾਉਂਦੇ ਆ, ਸਾਡੀਆਂ ਬੇਸਮੈਂਟਾਂ ਤੋੜ ਜਾਂਦੇ, ਜਿਨ੍ਹਾਂ ਦੀਆਂ ਸਾਫ਼ ਨੇ ਉਹਨਾਂ ਬਾਰੇ ਵੀ ਤਾਂ ਬੋਲੋ। ਸੋਸ਼ਲ ਮੀਡੀਆ ਦੀ ਤਾਂ ਲੋੜ ਹੀ ਨਹੀਂ ਹੈਗੀ, ਬੰਦੇ ਹੀ ਬਹੁਤ ਹੈ ਇੰਡੀਆ 'ਚ ਤਾਂ, ਰਾਈਟ। ਸੋ ਆਈ ਥਿੰਕ ਉਹਨਾਂ ਨੇ ਚਾਹੇ ਆਪਣੇ ਪ੍ਰੋਫਿਟ ਲਈ ਇਹ ਨਿਊਜ਼ ਜਿਹੜੀ ਵਾਇਰਲ ਕੀਤੀ ਹੈ, ਬਟ ਇਟਸ ਗਿਵਿੰਗ ਰੋਂਗ, ਜਿਹੜੀ ਆ ਲੋਕਾਂ ਦੇ ਮਨ 'ਤੇ ਜਿਹੜਾ ਇੰਪਰੈਸ਼ਨ ਰੋਂਗ ਪੈ ਰਿਹਾ ਆ। ਤਾਂ ਇਹ ਇੱਕ ਬਹੁਤ ਹੀ ਹੌਟ ਟੌਪਿਕ ਬਣ ਚੁੱਕਿਆ, ਜਿਹੜਾ ਉਹਨਾਂ ਨੂੰ ਪਤਾ ਹੈ ਮਿੰਟਾਂ 'ਚ ਵਾਇਰਲ ਚੱਲ ਜਾਣੀਆਂ ਵੀ ਇਹ ਤਾਂ ਵੀਡੀਓ ਸ਼ੇਅਰ ਤੇ ਸ਼ੇਅਰ। ਜਿਹੜੇ ਇੱਧਰਲੇ ਬੌਰਨ ਸਟੂਡੈਂਟਸ ਹੋਣਗੇ, ਉਹਨਾਂ ਨੇ ਆਪਣੀ ਇੱਕ ਵਾਰ ਛੇੜੀ ਹੋਈ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਖਿਲਾਫ, ਉਹਨਾਂ ਨੇ ਉਹ ਸ਼ੇਅਰ ਕਰੀ ਜਾਣੀ, ਦੇਖੋ ਜੀ ਆਹ ਸਟੂਡੈਂਟਾਂ ਨੇ ਆਹ ਕਰਤਾ। ਜਿਹੜੀ ਉਹਨਾਂ ਦੀ ਨਿਊਜ਼ ਹੈ ਉਹ ਉਹਨਾਂ ਨੇ ਸ਼ੇਅਰ ਕਰੀ ਜਾਣੀ। ਇਟਸ ਜਸਟ ਲਾਈਕ ਅ ਬਿਜ਼ਨਸ ਰਾਈਟ ਨਾਓ ਫॉर ਜਰਨਲਿਸਟ। ਆਈ ਥਿੰਕ ਅ ਬਿਜ਼ਨਸ ਬਣ ਚੁੱਕਿਆ। ਟੋਰਾਂਟੋ ਦੇ ਵਿੱਚੋਂ ਕੁਛ ਇੱਦਾਂ ਦੀਆਂ ਖਬਰਾਂ ਆਈਆਂ ਮੀਡੀਆ ਦੇ ਵਿੱਚ ਜਿਹੜੀਆਂ ਸਟੂਡੈਂਟਸ ਬਾਰੇ, ਕਦੇ ਕੋਈ ਵਾਹ ਪਿਆ ਤੁਹਾਡੀ ਆਬਜ਼ਰਵੇਸ਼ਨ ਨਿੱਜੀ ਕਿ ਇਸ ਤਰ੍ਹਾਂ ਦੇ ਕਿੰਨੇ ਕੁ ਲੋਕ ਹੁੰਦੇ ਜਾਂ ਹੁੰਦੇ ਵੀ ਆ ਜਾਂ ਨਹੀਂ? ਜੇ ਆਪਾਂ ਦੇਖਿਆ ਆਪਣੀ ਲਿਵਿੰਗ ਦਾ ਤਾਂ 20 ਘੰਟੇ ਕੰਮ ਕਰਕੇ ਬਹੁਤ ਵਧੀਆ ਸਰ ਜਾਂਦਾ, ਲਾਈਕ ਤੁਹਾਡੀ ਰੈਂਟ ਤੇ ਗਰੋਸਰੀ ਆਰਾਮ ਨਾਲ ਨਿਕਲ ਜਾਂਦੀ ਆ। ਬਟ ਔਨ ਦਾ ਅਦਰ ਹੈਂਡ ਦੂਸਰੇ ਪਾਸੇ ਜਦੋਂ ਫੀਸ ਦੀ ਗੱਲ ਹੁੰਦੀ ਆ ਤਾਂ ਉਹ 20 ਘੰਟੇ ਵਾਲਾ ਕੰਮ ਸਫੀਸ਼ੀਐਂਟ ਨਹੀਂ ਹੁੰਦਾ। ਉਹਦੇ ਵਾਸਤੇ ਸਾਨੂੰ ਇੰਡੀਆ ਤੋਂ ਪੈਰੈਂਟਸ ਦੀ ਬਹੁਤ ਸਪੋਰਟ ਦੀ। ਇੰਡੀਆ ਦਾ ਕਾਫੀ ਲੋਕਾਂ ਦਾ ਇੱਕ ਮਿਸਕਨਸੈਪਸ਼ਨ ਬਣਿਆ ਹੋਇਆ ਕਿ ਅਸੀਂ ਬੱਚੇ ਨੂੰ ਕੈਨੇਡਾ ਭੇਜ ਦਾਂਗੇ, ਉਹ ਉੱਥੇ ਪੜ੍ਹੂਗਾ, ਲਾਈਕ ਪਹਿਲੀ ਫੀਸ ਦੇ ਦਿੰਦੇ ਹਾਂ ਅਸੀਂ, ਦੂਸਰੀ ਤੁਸੀਂ ਆਪ ਹੀ ਕੱਢ ਲਿਓ। ਇੱਦਾਂ ਦਾ ਕੁਛ ਨਹੀਂ ਹੁੰਦਾ, ਕਿਉਂਕਿ ਇੱਥੇ ਬੱਚੇ ਨੇ 20 ਘੰਟੇ ਕੰਮ ਕਰਨਾ ਤਾਂ ਉਹ ਬਹੁਤ ਔਖਾ ਹੋ ਜਾਂਦਾ ਬੱਚੇ ਲਈ ਕਿ ਆਪਣੀ ਸਾਰੀ ਫੀਸ ਅਰੇਂਜ ਕਰਨੀ। ਕਿਤੇ ਨਾ ਕਿਤੇ ਉਸ ਚੀਜ਼ ਦਾ ਬੱਚੇ ਦੇ ਦਿਮਾਗ 'ਤੇ ਪ੍ਰੈਸ਼ਰ ਰਹਿੰਦਾ ਆ। ਤੁਸੀਂ ਕੀ ਸੁਜੈਸਟ ਕਰਦੇ ਹੋ ਪੰਜਾਬ ਦੇ ਵਿੱਚ ਜਿਹੜੇ ਮਾਪੇ ਆ, ਕੁੜੀਆਂ ਨੂੰ ਇੱਥੇ ਭੇਜਣਾ ਚਾਹੀਦਾ? ਇਹ ਰਿਸਕੀ ਹੈ, ਗਲਤ ਗੱਲ ਆ, ਬਹੁਤ ਔਖਾ ਆ, ਜਾਂ ਈਜ਼ੀ ਆ, ਜਾਂ ਚੰਗੀ ਗੱਲ ਆ? ਬਹੁਤ ਵੱਡੀ ਜਿਹੜੀ ਇੱਥੇ ਰੌਲਾ ਰੱਪਾ ਜਾਂ ਮੀਡੀਆ ਦੇ ਵਿੱਚ ਪਿਆ ਆ ਥੋੜ੍ਹੇ ਦਿਨਾਂ ਦਾ ਕਿ ਕੁੜੀਆਂ ਵਿਗੜ ਜਾਂਦੀਆਂ, ਇੱਥੇ ਗਲਤ ਕੰਮ ਕਰਨ ਲੱਗ ਜਾਂਦੀਆਂ। ਤੁਸੀਂ ਇੱਥੇ ਜਦੋਂ ਦੇ ਆਏ ਆ, ਤੁਹਾਡਾ ਕਿੰਨੇ ਕੁ ਇੱਦਾਂ ਦੇ ਲੋਕਾਂ ਨਾਲ ਵਾਹ ਪਿਆ, ਜਾਂ ਤੁਸੀਂ ਕੀ ਕਹਿੰਦੇ ਇਹਦੇ ਬਾਰੇ? ਕਿ ਇਹੋ ਜਿਹਾ ਕੁਛ ਨਹੀਂ ਆ, ਉਹ ਵੀ ਜਿੱਦਾਂ ਮੈਂ ਆਪਦੀ ਨੋਰਮਲ ਲਾਈਫ ਜੀ ਰਹੀ ਹਾਂ, ਹਾਰਡ ਵਰਕ ਕਰ ਰਹੀ ਹਾਂ, ਪੜ੍ਹ ਰਹੀ ਹਾਂ, ਕੰਮ ਕਰ ਰਹੀ ਹਾਂ, ਮੋਸਟਲੀ ਬੱਚੇ ਇਹੀ ਕੁਛ ਕਰ ਰਹੇ ਆ। ਤਾਂ ਹਜੇ ਦੇਰ ਤੱਕ ਮੈਂ ਕਦੇ ਵੀ ਕਿਸੇ ਵੀ ਇੱਦਾਂ ਦੇ ਇਨਸਾਨ ਨੂੰ ਨਹੀਂ ਮਿਲੀ ਜਿਹੜਾ ਕੋਈ ਗਲਤ ਕੰਮ ਕਰ ਰਿਹਾ ਹੋਵੇ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਹਾਜ਼ਰ ਅੱਜ ਅਸੀਂ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ। ਪਿਛਲੇ ਕੁਛ ਦਿਨਾਂ ਤੋਂ ਇੱਕ ਵਿਸ਼ਾ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਦੋਵਾਂ ਪਾਸੇ, ਟੋਰਾਂਟੋ ਤੋਂ ਲੈ ਕੇ ਸਰੀ ਵਾਲੇ ਪਾਸੇ ਬਹੁਤ ਚਰਚਾ ਦੇ ਵਿੱਚ ਰਿਹਾ। ਉਹ ਵਿਸ਼ਾ ਪੰਜਾਬੀ ਸਟੂਡੈਂਟ ਕੁੜੀਆਂ। ਪੰਜਾਬ ਤੋਂ ਬਹੁਤ ਸਾਰੀਆਂ ਕੁੜੀਆਂ ਇੱਥੇ ਪੜ੍ਹਨ ਆਉਂਦੀਆਂ, ਮੁੰਡੇ ਵੀ ਪੜ੍ਹਨ ਆਉਂਦੇ ਆ। ਕੁੜੀਆਂ ਦੇ ਬਾਰੇ ਇੱਕ ਮੀਡੀਆ ਨੇ ਖਾਸ ਕਿਸਮ ਦੀ ਚਰਚਾ ਛੇੜੀ ਆ, ਖਾਸ ਕਰ ਜਿਹੜੀਆਂ ਸਟੂਡੈਂਟਸ ਕੁੜੀਆਂ ਆ ਉਹਨਾਂ ਦੇ ਬਾਰੇ ਕਮਿਊਨਿਟੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ। ਅਸੀਂ ਅੱਜ ਉਸ ਇਸ਼ੂ ਨੂੰ ਐਡਰੈਸ ਕਰਨਾ ਚਾਹੁੰਦੇ ਹਾਂ ਕਿ ਕੀ ਸੱਚਮੁੱਚ ਇੱਥੇ ਜੋ ਕੁਛ ਹੋ ਰਿਹਾ, ਜਿਹੜੀਆਂ ਕੁੜੀਆਂ ਨੇ ਇੱਥੇ ਪੰਜਾਬੀ ਕਮਿਊਨਿਟੀ ਦੀਆਂ, ਉਹ ਕੋਈ ਗਲਤ ਕੰਮ ਕਰ ਰਹੀਆਂ ਜਾਂ ਪੈਸੇ ਦੇ ਲਾਲਚ ਲਈ, ਪੈਸੇ ਕਮਾਉਣ ਦੇ ਲਈ ਆਪਣੇ ਆਪ ਨੂੰ ਵੇਚਣ ਵਰਗਾ ਕੰਮ ਕਰ ਰਹੀਆਂ। ਕੀ ਇਹ ਲਾਲਚ ਆ, ਜਾਂ ਇਹਦੇ ਪਿੱਛੇ ਗੱਲਬਾਤ ਕੀ ਆ? ਇਹ ਗੱਲ ਕਿਉਂ ਤੁਰੀ? ਇਹਦੇ ਪਿੱਛੇ ਕਿਸੇ ਦੀ ਸਾਜ਼ਿਸ਼ ਆ, ਕਿਸੇ ਦੀ ਕੋਈ ਗੱਲਬਾਤ ਆ, ਬਦਨਾਮ ਕਰਨ ਦੀ ਗੱਲਬਾਤ ਆ? ਜਦੋਂ ਇਹ ਮੈਸੇਜ ਇੱਥੋਂ ਦੇ ਮੀਡੀਆ ਦਾ ਪੰਜਾਬ ਦੇ ਵਿੱਚ ਗਿਆ, ਉੱਥੋਂ ਬਹੁਤ ਸਾਰੀਆਂ ਫੋਨ ਕਾਲ, ਬਹੁਤ ਸਾਰੇ ਮੈਸੇਜਸ ਆ ਰਹੇ ਆ ਕਿ ਕੀ ਕੈਨੇਡਾ ਦੇ ਵਿੱਚ ਜਿਹੜੀ ਪੜ੍ਹਨ ਆਉਂਦੇ ਨਿਆਣੇ ਆ ਉਹ ਆਹ ਕੰਮ ਕਰ ਰਹੇ ਆ ਜਿਹੜਾ ਇਹ ਕੁਛ ਖਾਸ ਕਿਸਮ ਦਾ ਮੀਡੀਆ ਦਿਖਾ ਰਿਹਾ, ਜਾਂ ਮੀਡੀਆ ਦੇ ਵਿੱਚ ਜਾ ਕੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਆ। ਅਸੀਂ ਅੱਜ ਉਸ ਗੱਲ ਨੂੰ ਜਿਹੜਾ ਇੱਥੇ ਦੱਸਣਾ ਚਾਹੁੰਦੇ ਹਾਂ ਜਾਂ ਕਲੀਅਰ ਕਰਨਾ ਚਾਹੁੰਦੇ ਹਾਂ, ਜਿਹੜੀ ਸਾਡੀ ਨਿੱਜੀ ਇੱਕ ਆਬਜ਼ਰਵੇਸ਼ਨ ਆ, ਉਹ ਇਹ ਆ ਕਿ ਇੱਥੇ ਇੱਦਾਂ ਦਾ ਕੁਛ ਵੀ ਨਹੀਂ ਵਾਪਰਦਾ। ਇਹ ਪਤਾ ਨਹੀਂ ਕਿੱਥੋਂ ਗੱਲ ਤੁਰੀ ਆ, ਜਾਂ ਇੱਕ 0.001% ਨੂੰ ਲੈ ਕੇ ਪੂਰੀ ਦੀ ਪੂਰੀ ਇੱਕ ਵਰਗ ਨੂੰ ਜਨਰਲਾਈਜ਼ ਕਰ ਦਿੱਤਾ ਗਿਆ, ਜਾਂ ਉਹਦੇ
ਨਾਂ ਥੱਲੇ ਕਿ ਕੁਝ ਲੋਕ ਇੱਦਾਂ ਦੇ ਨੇ ਉਹਨਾਂ ਦੇ ਨਾਂ ਥੱਲੇ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਜਾਂ ਇੱਕ ਖਾਸ ਕਿਸਮ ਦੀ ਜਿਹੜੀ ਗੱਲਬਾਤ ਤੁਰੀ ਹੈ ਬਿਲਕੁਲ ਗਲਤ ਆ। ਇਹ ਬਹੁਤ ਮਾੜਾ ਸੁਨੇਹਾ ਪੰਜਾਬ ਦੇ ਵਿੱਚ ਜਾ ਰਿਹਾ। ਜੋ ਕੁਛ ਪੰਜਾਬ ਦੇ ਵਿੱਚ ਆ ਉਹੀ ਕੁਛ ਉੱਦਾਂ ਦਾ ਹੀ ਸਮਾਜ, ਪੰਜਾਬੀ ਸਮਾਜ ਇੱਥੇ ਬਚਦਾ। ਉਹ ਪੰਜਾਬੀ ਸਮਾਜ ਜਿਹੜਾ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਆ। ਹਾਂ, ਥੋੜ੍ਹੇ ਬਹੁਤੇ ਹਰ ਥਾਂ ਹੀ ਕਿਤੇ ਨਾ ਕਿਤੇ ਹੋਣਗੇ, ਪਰ ਇੱਦਾਂ ਦੀ ਕੋਈ ਵੀ ਗੱਲਬਾਤ ਇੱਥੇ ਨਹੀਂ ਆ। ਇਹ ਬੱਚੇ ਇੱਥੇ ਪੜ੍ਹਨ ਆਉਂਦੇ ਆ, ਮਿਹਨਤ ਦੇ ਨਾਲ, ਇੱਜ਼ਤ ਦੇ ਨਾਲ ਆਪਣਾ ਕੰਮਕਾਰ ਕਰਦੇ ਆ, ਰੋਟੀ ਕਮਾਉਂਦੇ ਆ, ਪੜ੍ਹਾਈ ਕਰਦੇ ਆ ਔਰ ਪਿੱਛੇ ਵੀ ਪੈਸੇ ਭੇਜਦੇ ਆ। ਇਸ ਮੁੱਦੇ ਦੇ ਉੱਤੇ ਅੱਜ ਕੁਛ ਗੱਲਾਂ ਬਾਤਾਂ ਕਰਨ ਦੇ ਲਈ ਅਸੀਂ ਇੱਥੋਂ ਦੀਆਂ ਕੁਛ ਜਿਹੜੀਆਂ ਸਟੂਡੈਂਟਸ ਨੇ, ਪੰਜਾਬੀ ਸਟੂਡੈਂਟਸ ਸਰੀ ਦੇ ਵਿੱਚ ਰਹਿੰਦੀਆਂ ਨੇ, ਪੜ੍ਹਦੀਆਂ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਜਿਹੜੀ ਅੱਜ ਯਤਨ ਕਰ ਰਹੇ ਹਾਂ ਔਰ ਬੜੇ ਸਟਰੋਂਗ ਤਰੀਕੇ ਦੇ ਨਾਲ ਉਹ ਸਾਹਮਣੇ ਆਈਆਂ ਕਿ ਅਸੀਂ ਦੱਸਣਾ ਚਾਹੁੰਦੀਆਂ ਕਿ ਇੱਥੇ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਆ ਜਾਂ ਕਿਸ ਤਰ੍ਹਾਂ ਦਾ ਇੱਥੇ ਪੜ੍ਹਾਈ ਆ, ਕੀ ਕੰਮ ਕਰਦੀਆਂ, ਕਿੱਦਾਂ ਦੇ ਕੰਮ ਮਿਲਦੇ ਆ, ਕਿੰਨੀ ਕਿਹਨਾਂ ਦੀ ਜ਼ਿੰਦਗੀ ਜਿਹੜੀ ਹਾਰਡ ਹੁੰਦੀ ਆ। ਇਹਦੇ ਬਾਰੇ ਅੱਜ ਅਸੀਂ ਕੁਛ ਗੱਲਾਂ ਬਾਤਾਂ ਕਰਨੀਆਂ। ਸਾਡੇ ਨਾਲ ਕੁਛ ਸਟੂਡੈਂਟਸ ਨੇ। ਸਭ ਤੋਂ ਪਹਿਲਾਂ ਗੁਰਪ੍ਰੀਤ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਗੁਰਪ੍ਰੀਤ, ਸਾਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸਿਓ ਪਹਿਲਾਂ, ਕਦੋਂ ਤੁਸੀਂ ਇੱਥੇ ਆਏ ਆ ਔਰ ਕੀ ਪੜ੍ਹਦੇ ਆ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਗੁਰਪ੍ਰੀਤ ਕੌਰ ਹੈ ਅਤੇ ਮੈਂ ਫਗਵਾੜੇ ਤੋਂ ਹਾਂ, ਪੰਜਾਬ। ਮੈਂ ਇੱਥੇ ਮਈ ਇਨਟੇਕ 'ਚ ਆਈ ਸੀ 2018 'ਚ ਲੰਗਾਰਾ ਕਾਲਜ ਦੇ ਵਿੱਚ, ਅਤੇ ਮੈਂ ਐਸੋਸੀਏਟਸ ਆਫ ਆਰਟਸ ਡਿਗਰੀ ਕਰ ਰਹੀ ਹਾਂ। ਹਾਂਜੀ, ਇੱਕ ਸਾਨੂੰ ਥੋੜ੍ਹਾ ਜਿਹਾ ਜਾਣਕਾਰੀ ਦਿਓ, ਜਦੋਂ ਤੁਸੀਂ ਇੱਥੇ ਪਹਿਲਾਂ ਆਉਂਦੇ ਆ, ਸਭ ਤੋਂ ਪਹਿਲਾਂ ਕਿਹਦੇ ਕੋਲ ਆਉਂਦੇ ਆ? ਸਾਰਿਆਂ ਦੇ ਰਿਸ਼ਤੇਦਾਰ ਹੁੰਦੇ ਆ? ਕਿੱਥੇ ਰਹਿੰਦੇ ਆ? ਕਿੰਨਾ ਕੁ ਕਿਸ ਤਰ੍ਹਾਂ ਨੂੰ ਲੱਭਿਆ ਜਾਂਦਾ? ਪ੍ਰੋਸੈਸ ਕੀ ਆ ਤਾਂ ਕਿ ਜਿਹੜੇ ਇੱਥੇ ਬੱਚਿਆਂ ਨੂੰ ਭੇਜ ਰਹੇ ਆ ਮਾਪੇ ਉਹ ਜਾਣਨਾ ਚਾਹੁੰਦੇ ਆ ਇਹ? ਹਾਂਜੀ, ਵੈਸੇ ਕਈ ਵਾਰ ਕਾਫੀ ਬੱਚਿਆਂ ਦੇ ਹੁੰਦੇ ਆ ਰਿਸ਼ਤੇਦਾਰ ਇੱਥੇ, ਅਤੇ ਉਹ ਪਹਿਲਾਂ ਉਹਨਾਂ ਕੋਲ ਆ ਜਾਂਦੇ ਆ, ਪਰ ਥੋੜ੍ਹੇ ਟਾਈਮ ਬਾਅਦ ਫਿਰ ਉਹਨਾਂ ਨੂੰ ਬੇਸਮੈਂਟਸ 'ਚ ਮੂਵ ਹੋਣਾ ਪੈਂਦਾ ਆ, ਜਾਂ ਕਈ ਬੱਚਿਆਂ ਦੇ ਰਿਸ਼ਤੇਦਾਰ ਨਹੀਂ ਵੀ ਹੁੰਦੇ ਤਾਂ ਉਹਨਾਂ ਨੂੰ ਆਪਦੇ ਫਰੈਂਡਸ ਦੇ ਕੋਲ ਆਉਣਾ ਪੈਂਦਾ ਆ। ਸੋ ਹਮੇਸ਼ਾ ਸਿਨੈਰੀਓ ਲਾਈਕ ਡਿਫਰੈਂਟ ਰਹਿੰਦਾ ਆ। ਸੋ ਜਿਹੜੇ ਬੱਚੇ ਆਪਣੇ ਫਰੈਂਡਸ ਦੇ ਕੋਲ ਆਉਂਦੇ ਆ ਉਹ ਪੂਰੀ ਸਟਾਰਟਿੰਗ ਤੋਂ ਹੀ ਲਾਈਕ ਕਾਫੀ ਸਟਰਗਲ ਫੇਸ ਕਰਦੇ ਆ। ਲਾਈਕ ਉਹਨਾਂ ਤੋਂ ਇੱਕ ਹੁੰਦੀ ਆ ਵੱਡਿਆਂ ਦੀ ਗਾਈਡੈਂਸ ਨਹੀਂ ਹੁੰਦੀ ਹੈਗੀ, ਉਹ ਸਿੱਧਾ ਬੱਚਿਆਂ 'ਚ ਹੀ ਆ ਜਾਂਦੇ ਆ। ਲਾਈਕ ਉਹਨਾਂ ਦੇ ਸੇਮ ਇੰਟਲੈਕਚੁਅਲ ਲੈਵਲ ਹੁੰਦਾ ਆ, ਅਤੇ ਉਹ ਲਾਈਕ ਉਹਨਾਂ ਦੀ ਥਿੰਕਿੰਗ ਇੱਕੋ ਜਿਹੀ ਹੁੰਦੀ ਆ। ਦੂਸਰੀ ਗੱਲ, ਉਹਨਾਂ ਨੂੰ ਕੋਈ ਉਸ ਟਾਈਮ 'ਤੇ ਸਿਖਾਉਣ ਵਾਲਾ ਨਹੀਂ ਹੁੰਦਾ, ਜਾਂ ਉਹਨਾਂ ਨੂੰ ਕਈ ਵਾਰ ਕੋਈ ਜਾਣਾ ਦੇਖਣ ਵਾਲਾ ਨਹੀਂ ਹੁੰਦਾ। ਔਨ ਦਾ ਅਦਰ ਹੈਂਡ, ਜਿਹੜੇ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਆਉਂਦੇ ਆ, ਚਲੋ ਇੱਕ ਹੁੰਦਾ ਹੈ ਕਿ ਉਹਨਾਂ ਨੂੰ ਸਟਾਰਟਿੰਗ 'ਚ ਇੱਕ ਗਾਈਡੈਂਸ ਮਿਲ ਜਾਂਦੀ ਆ, ਉਹਨਾਂ ਤੋਂ ਪਤਾ ਲੱਗ ਜਾਂਦਾ ਕਿ ਹਾਂ ਸਾਡੀ ਕੈਨੇਡਾ 'ਚ ਲਾਈਫ ਕਿੱਦਾਂ ਦੀ ਰਹੂਗੀ। ਅਤੇ ਜਦੋਂ ਰਿਸ਼ਤੇਦਾਰਾਂ ਕੋਲੋਂ ਥੋੜ੍ਹੇ ਦਿਨ ਬਾਅਦ ਤੁਸੀਂ ਮੂਵ ਹੋ ਜਾਂਦੇ ਆ, ਉੱਥੇ ਫਿਰ ਇਕੱਠੀਆਂ ਰਹਿੰਦੀਆਂ ਕੁੜੀਆਂ, ਬੇਸਮੈਂਟਸ ਹੁੰਦੀਆਂ, ਕੀ ਉਹਦਾ ਖਰਚਾ ਕਿੰਨਾ ਕੁ ਹੁੰਦਾ? ਕੀ ਉਹ ਬੀਅਰ ਹੋ ਜਾਂਦਾ? ਓਕੇ, ਅਤੇ ਜਦੋਂ ਬੇਸਮੈਂਟਸ 'ਚ ਸਟੂਡੈਂਟਸ ਮੂਵ ਹੁੰਦੇ ਆ, ਉੱਥੇ ਉਹਨਾਂ ਨੂੰ ਕੁੜੀਆਂ ਦੇ ਨਾਲ ਸ਼ੇਅਰਿੰਗ 'ਚ ਰਹਿਣਾ ਪੈਂਦਾ ਆ, ਅਤੇ ਉਹਦਾ ਯੂਜੂਅਲੀ ਐਵਰੇਜ ਜਿਹੜਾ ਰੈਂਟ ਹੁੰਦਾ ਆ $400 ਜਾਂ $500 ਦੇ ਵਿੱਚ ਹੁੰਦਾ ਆ, ਆਲਮੋਸਟ ਹਰੇਕ ਬੱਚੇ ਦਾ। ਅਤੇ ਉਸ ਤੋਂ ਇਲਾਵਾ ਬੱਚਿਆਂ ਨੂੰ ਜਿਹੜੀ ਆਪਦੀ ਗਰੋਸਰੀ ਹੁੰਦੀ ਆ ਉਹ ਅੱਡ ਕਰਨੀ ਹੁੰਦੀ ਆ, ਅਤੇ ਜਿੱਦਾਂ ਕਿ ਦੱਸਿਆ ਗਿਆ ਆ ਕਿ ਉਹ ਇੰਟਰਨੈਸ਼ਨਲ ਸਟੂਡੈਂਟਸ ਆ, ਅਤੇ ਉਹਨਾਂ ਦੇ ਬਾਕੀ ਵੀ ਖਰਚੇ ਜਿੱਦਾਂ ਸਕੂਲ ਦੀਆਂ ਬੁੱਕਸ ਹੋ ਗਈਆਂ ਵਗੈਰਾ। ਅਤੇ ਦੂਸਰੀ ਗੱਲ, ਉਹ ਇੱਥੇ ਆਉਂਦੇ ਆ ਅਤੇ ਉਹ ਸਿਰਫ ਪਾਰਟ ਟਾਈਮ ਕੰਮ ਕਰ ਸਕਦੇ ਆ, ਮਤਲਬ ਕਿ 20 ਘੰਟੇ ਇੱਕ ਹਫ਼ਤੇ 'ਚ, ਅਤੇ ਬਸ ਉਹ ਮਹੀਨੇ ਦਾ ਲਾਈਕ $900 ਦੇ ਕਰੀਬ ਕਮਾਉਂਦੇ ਆ। ਅਤੇ ਉਹਦੇ ਵਿੱਚੋਂ 400 to 500 ਰੈਂਟ ਕੱਢਣਾ, ਗਰੋਸਰੀ ਕੱਢਣੀ। ਸੋ ਕਾਫੀ ਸਟਰਗਲਸ ਉਹ ਫੇਸ ਕਰਦੇ ਆ ਜਦੋਂ ਫਿਰ ਬੇਸਮੈਂਟ 'ਚ ਰਹਿੰਦੇ ਆ, ਸ਼ੇਅਰਿੰਗ 'ਚ। ਸਾਰਿਆਂ ਨੂੰ ਆਪਣੇ ਪਿੱਛੋਂ ਪੈਸੇ ਮੰਗਵਾਉਣੇ ਪੈਂਦੇ ਆ ਜਾਂ ਇੱਥੇ 20 ਘੰਟੇ ਕੰਮ ਕਰਕੇ ਸਰ ਜਾਂਦਾ? ਜੇ ਆਪਾਂ ਦੇਖੀਏ ਆਪਣੀ ਲਿਵਿੰਗ ਦਾ, ਤਾਂ 20 ਘੰਟੇ ਕੰਮ ਕਰਕੇ ਬਹੁਤ ਵਧੀਆ ਸਰ ਜਾਂਦਾ। ਲਾਈਕ ਤੁਹਾਡੀ ਰੈਂਟ ਅਤੇ ਗਰੋਸਰੀ ਆਰਾਮ ਨਾਲ ਨਿਕਲ ਜਾਂਦੀ ਆ। ਬਟ ਔਨ ਦਾ ਅਦਰ ਹੈਂਡ, ਦੂਸਰੇ ਪਾਸੇ ਜਦੋਂ ਫੀਸ ਦੀ ਗੱਲ ਹੁੰਦੀ ਆ ਤਾਂ ਉਹ 20 ਘੰਟੇ ਵਾਲਾ ਕੰਮ ਸਫੀਸ਼ੈਂਟ ਨਹੀਂ ਹੁੰਦਾ। ਉਹਦੇ ਵਾਸਤੇ ਸਾਨੂੰ ਇੰਡੀਆ ਤੋਂ ਪੈਰੈਂਟਸ ਦੀ ਬਹੁਤ ਸਪੋਰਟ ਦੀ ਲੋੜ ਆ, ਅਤੇ ਪੈਰੈਂਟਸ ਨੂੰ ਉਹਦੇ ਵਾਸਤੇ ਪੈਸੇ ਭੇਜਣੇ ਪੈਂਦੇ ਆ, ਤਾਂ ਹੀ ਬੱਚੇ ਇੱਥੇ ਮਤਲਬ ਆਪਦੀ ਸਟੱਡੀ ਵਗੈਰਾ ਕੰਟੀਨਿਊ ਰੱਖ ਸਕਦੇ ਆ। ਇੱਥੇ ਇੱਦਾਂ ਨਹੀਂ ਹੈਗਾ। ਲਾਈਕ ਇੰਡੀਆ ਦਾ ਕਾਫੀ ਲੋਕਾਂ ਦਾ ਇੱਕ ਮਿਸਕਨਸੈਪਸ਼ਨ ਬਣਿਆ ਹੋਇਆ ਕਿ ਅਸੀਂ ਬੱਚੇ ਨੂੰ ਕੈਨੇਡਾ ਭੇਜ ਦਾਂਗੇ, ਉਹ ਉੱਥੇ ਪੜ੍ਹੂਗਾ, ਲਾਈਕ ਪਹਿਲੀ ਫੀਸ ਦੇ ਦਿੰਦੇ ਹਾਂ ਅਸੀਂ, ਦੂਸਰੀ ਤੁਸੀਂ ਆਪ ਹੀ ਕੱਢ ਲਿਓ। ਇੱਦਾਂ ਦਾ ਕੁਛ ਨਹੀਂ ਹੁੰਦਾ, ਕਿਉਂਕਿ ਇੱਥੇ ਬੱਚੇ ਨੇ 20 ਘੰਟੇ ਹੀ ਕੰਮ ਕਰਨਾ, ਤਾਂ ਉਹ ਬਹੁਤ ਔਖਾ ਹੋ ਜਾਂਦਾ ਬੱਚੇ ਲਈ ਕਿ ਆਪਣੀ ਸਾਰੀ ਫੀਸ ਅਰੇਂਜ ਕਰਨੀ। ਕਿਤੇ ਨਾ ਕਿਤੇ ਉਸ ਚੀਜ਼ ਦਾ ਬੱਚੇ ਦੇ ਦਿਮਾਗ 'ਤੇ ਪ੍ਰੈਸ਼ਰ ਰਹਿੰਦਾ ਆ। ਟੋਟਲ ਤੁਸੀਂ ਕਿੰਨੇ ਸਾਲ ਦੀ ਆਮ ਤੌਰ 'ਤੇ ਪੜ੍ਹਾਈ ਹੁੰਦੀ ਹੈ ਔਰ ਉਹਦੇ ਲਈ ਪਹਿਲਾਂ ਕਿੰਨੇ ਕੁ ਪੈਸੇ ਇੱਥੇ ਜਮ੍ਹਾਂ ਕਰਵਾਏ ਹੁੰਦੇ ਆ, ਅਤੇ
ਦੂਜੀ ਫੀਸ ਲਈ ਕੀ ਸਾਰਿਆਂ ਨੂੰ ਮੰਗਵਾਉਣੇ ਪੈਂਦੇ? ਅਸੀਂ ਇਹ ਵੀ ਗੱਲਾਂ ਸੁਣਦੇ ਹਾਂ ਕਿ ਬਹੁਤ ਸਾਰੇ ਬੱਚੇ ਇੱਥੇ ਕਮਾ ਕੇ ਵਾਪਸ ਇੰਡੀਆ ਵੀ ਭੇਜ ਦਿੰਦੇ ਆ, ਇਹ ਕੀ ਸੀਨ ਆ? ਜਦੋਂ ਅਸੀਂ ਇੰਡੀਆ ਤੋਂ ਆਉਂਦੇ ਹਾਂ, ਜਦੋਂ ਮੈਂ ਲੰਗਾਰਾ ਕਾਲਜ ਆਈ ਸੀ, ਉਦੋਂ ਮੈਂ $6000 ਆਪਣੀ ਟਿਊਸ਼ਨ ਫੀਸ ਦਿੱਤੀ ਸੀ। ਉਸ ਤੋਂ ਇਲਾਵਾ ਮੇਰਾ $10,000 GIC ਸੀਗਾ। ਅਤੇ ਫਿਰ ਲਾਈਕ ਸੈਕਿੰਡ ਸਮੈਸਟਰ ਦੀ ਫੀਸ ਵਾਸਤੇ ਮੈਨੂੰ ਮੇਰੇ ਘਰੋਂ ਪੈਸੇ ਮੰਗਵਾਉਣੇ ਪਏ ਸੀ। ਅਤੇ ਮੈਂ ਜਦੋਂ ਦੀ ਕੈਨੇਡਾ 'ਚ ਆਈ ਹਾਂ, ਮੈਂ ਹਮੇਸ਼ਾ ਹਫਤੇ ਦੇ 20 ਘੰਟੇ ਹੀ ਕੰਮ ਕੀਤਾ। ਉਸ ਤੋਂ ਬਾਅਦ ਕਦੇ ਵੀ ਨਾ ਹੀ ਮੈਨੂੰ ਕੰਮ ਮਿਲਿਆ, ਨਾ ਹੀ ਮੈਂ ਕੀਤਾ, ਔਰ ਨਾ ਹੀ ਮੈਂ ਕਰ ਸਕਦੀ ਹਾਂ ਲੀਗਲੀ। ਦੂਸਰੇ ਪਾਸੇ ਕਈ ਬੱਚੇ ਇੱਦਾਂ ਦੇ ਵੀ ਆ ਜਿਹੜੇ ਕਿ ਆਪਣੀ ਸਾਰੀ ਫੀਸ ਅਰੇਂਜ ਕਰ ਲੈਂਦੇ ਆ ਮਿਹਨਤ ਕਰਕੇ। ਕਈ ਬੱਚੇ ਅੰਡਰ ਦਾ ਟੇਬਲ ਵੀ ਕੰਮ ਕਰਦੇ ਆ, ਲਾਈਕ ਕੈਸ਼ ਵੀ ਕੰਮ ਕਰਦੇ ਆ। ਲਾਈਕ ਉਹਨਾਂ ਨੂੰ ਕਰਨਾ ਪੈਂਦਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਦੀ ਫੈਮਿਲੀ ਪਿੱਛੋਂ ਅਫੋਰਡ ਨਹੀਂ ਕਰ ਸਕਦੀ, ਅਤੇ ਆਪਣੀ ਸਟੱਡੀ ਨੂੰ ਵੀ ਕੰਟੀਨਿਊ ਕਰਨਾ ਇੱਕ ਬਹੁਤ ਵੱਡਾ ਉਹਨਾਂ 'ਤੇ ਪ੍ਰੈਸ਼ਰ ਹੁੰਦਾ ਆ ਔਰ ਬਰਡਨ ਵੀ ਹੁੰਦਾ ਆ। ਸੋ ਉਹ ਬੱਚੇ ਕੈਸ਼ ਵਗੈਰਾ ਕੰਮ ਕਰਕੇ, ਬਹੁਤ ਹਾਰਡ ਵਰਕ ਕਰਕੇ ਉਹ ਪੈਸੇ ਅਰਨ ਕਰਦੇ ਆ। ਇੱਕ ਤਾਂ ਆਪਾਂ ਕਹਿ ਦਿੰਦੇ ਆ ਕੈਸ਼ 'ਤੇ ਕੰਮ ਕਰਨਾ ਇੰਨਾ ਵੀ ਸੌਖਾ ਨਹੀਂ ਆ, ਕਿਉਂਕਿ ਉਸ ਬੱਚੇ ਨੇ ਦੇਖੋ ਪੜ੍ਹਨਾ ਵੀ ਨਾਲ ਫਿਰ ਫੁੱਲ ਟਾਈਮ ਕੰਮ ਵੀ ਕਰਨਾ, ਆਪਦੇ ਘਰ ਦੇ ਸਾਰੇ ਕੰਮ ਵੀ ਕਰਨੇ। ਸੋ ਇਟਸ ਰੀਲੀ ਹਾਰਡ ਉਹ ਬੱਚਿਆਂ ਵਾਸਤੇ। ਇਹ ਸਾਰਾ ਕਿੰਨੇ ਕੁ ਟਾਈਮ ਦਾ ਪ੍ਰੋਸੈਸ ਆ? 2 ਸਾਲ ਲੱਗਦੇ ਆ ਫੀਸ? ਕਦੋਂ ਤੁਸੀਂ ਘਰਦਿਆਂ ਤੋਂ ਪੈਸੇ ਮੰਗਵਾਉਣੇ ਬੰਦ ਕਰ ਦਿੰਦੇ ਆ ਅਤੇ ਤੁਹਾਨੂੰ ਲੱਗਦਾ ਕਿ ਅਸੀਂ ਅਰਨ ਕਰਨ ਲੱਗ ਪਏ PR ਹੋਣ ਤੱਕ? ਇਹ ਟੋਟਲ ਪ੍ਰੋਸੈਸ ਜਿੱਦਣ ਇੱਥੇ ਆ ਗਿਆ ਇੱਕ ਸਟੂਡੈਂਟ, ਕਿੰਨੇ ਕੁ ਚਿਰ ਲੰਬਾ ਆ? ਕਿੰਨੇ ਕੁ ਸਾਲ ਲੱਗ ਜਾਂਦੇ ਅਤੇ ਕਿੰਨੇ ਕੁ ਪੈਸੇ ਘਰਦਿਆਂ ਦੇ ਟੋਟਲ ਭੇਜਣ 'ਤੇ ਲੱਗ ਜਾਂਦੇ ਆ? ਘਰਦਿਆਂ ਨੂੰ ਮੋਸਟਲੀ ਵੈਸੇ ਬੱਚੇ ਦੀ ਪੜ੍ਹਾਈ ਤੱਕ ਪੈਸੇ ਭੇਜਣੇ ਪੈਂਦੇ ਆ। ਉਸ ਤੋਂ ਬਾਅਦ ਜਦੋਂ ਬੱਚਾ ਪੜ੍ਹਾਈ ਨੂੰ 2 ਜਾਂ 2.5 years ਲੱਗ ਜਾਂਦੇ ਆ। ਉਸ ਤੋਂ ਬਾਅਦ ਬੱਚਾ ਜਦੋਂ ਵਰਕ ਪਰਮਿਟ 'ਤੇ ਜਾਂਦਾ ਆ ਅਤੇ ਉਦੋਂ ਉਹ ਆਪ ਸਟੇਬਲ ਹੋ ਜਾਂਦਾ, ਕਿਉਂਕਿ ਉਹ ਖੁਦ ਫੁੱਲ ਟਾਈਮ ਕੰਮ ਕਰਨ ਲੱਗ ਜਾਂਦਾ ਆ ਅਤੇ ਆਪਣੇ ਸਾਰੇ ਖਰਚੇ ਆਪ ਕੱਢਣ ਲੱਗ ਜਾਂਦਾ ਆ। ਅਤੇ ਦੂਸਰੀ ਗੱਲ, ਅਗਰ ਦੇਖਿਆ ਜਾਵੇ ਫੀਸ ਦਾ ਟੋਟਲੀ ਘਰਦਿਆਂ ਨੂੰ $20,000 ਤੋਂ $25,000 ਤੱਕ ਭੇਜਣਾ ਪੈ ਸਕਦਾ ਪਿੱਛੋਂ। ਹਾਂਜੀ ਹਾਂਜੀ। ਅਤੇ ਇੱਥੇ ਇੱਕ ਬੜੀ ਤੁਸੀਂ ਕੀ ਸੁਜੈਸਟ ਕਰਦੇ ਹੋ ਪੰਜਾਬ ਦੇ ਵਿੱਚ ਜਿਹੜੇ ਮਾਪੇ ਆ ਕੁੜੀਆਂ ਨੂੰ ਇੱਥੇ ਭੇਜਣਾ ਚਾਹੀਦਾ? ਇਹ ਰਿਸਕੀ ਆ, ਗਲਤ ਗੱਲ ਆ, ਬਹੁਤ ਔਖਾ ਆ, ਜਾਂ ਈਜ਼ੀ ਆ, ਜਾਂ ਚੰਗੀ ਗੱਲ ਆ? ਹਰੇਕ ਚੀਜ਼ ਦੀਆਂ 2 ਸਾਈਡਸ ਹੁੰਦੀਆਂ ਆ। ਪਰ ਪਹਿਲੀ ਗੱਲ ਮੈਂ ਤਾਂ ਇਹੀ ਕਹੂੰਗੀ ਕਿ ਕੋਈ ਵੀ ਜਾਣਾ ਉਹਨਾਂ ਨੂੰ ਆਪਦੀਆਂ ਕੁੜੀਆਂ ਨੂੰ ਬਾਹਰ ਭੇਜਣਾ ਚਾਹੀਦਾ ਹੈ। ਜਸਟ ਲਾਈਕ ਮੈਂ ਜਦੋਂ ਆਈ ਸੀ, ਮੈਂ ਆਪਣੇ ਘਰਦਿਆਂ ਦੀ ਇਕੱਲੀ ਕੁੜੀ ਹਾਂ, ਅਤੇ ਮੈਂ ਜਦੋਂ ਕੈਨੇਡਾ 'ਚ ਆਈ ਸੀ ਮੈਂ ਸਿਰਫ 17 ਸਾਲਾਂ ਦੀ ਸੀਗੀ। ਅਤੇ ਮੈਨੂੰ ਫੈਮਿਲੀ ਵੱਲੋਂ ਹਮੇਸ਼ਾ ਬੜੀ ਸਪੋਰਟ ਸੀ, ਮੇਰੇ ਮਦਰ ਫਾਦਰ ਵੱਲੋਂ। ਉਹਨਾਂ ਨੂੰ ਇਹ ਸੀਗਾ ਕਿ ਸਾਡੀ ਕੁੜੀ ਇੰਡੀਪੈਂਡੈਂਟ ਹੋਵੇ ਆਪਣੀ ਲਾਈਫ 'ਚ। ਅਤੇ ਜਦੋਂ ਬੱਚੇ ਆਉਂਦੇ ਆ ਬਾਹਰ, ਉਹ ਕਾਫੀ ਚੰਗੀਆਂ ਅਤੇ ਮਾੜੀਆਂ ਚੀਜ਼ਾਂ ਦੇਖਦੇ ਆ। ਜਦੋਂ ਉਹਨਾਂ ਨੂੰ ਐਕਸਪੋਜ਼ਰ ਮਿਲਦਾ ਆ ਅਤੇ ਉਹ ਖੁਦ ਜੱਜ ਕਰ ਲੈਂਦੇ ਆ ਸਾਡੇ ਵਾਸਤੇ ਕੀ ਸਹੀ ਆ ਅਤੇ ਕੀ ਗਲਤ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ 'ਚ ਕੋਈ ਐਡੀ ਵੱਡੀ ਰਿਸਕ ਦੀ ਗੱਲ ਹੈਗੀ ਆ, ਕਿਉਂਕਿ ਜਿਹੜੇ ਸਾਨੂੰ ਪਹਿਲਾਂ ਸਾਡੇ ਘਰਦਿਆਂ ਨੇ ਜਿਹੜੀਆਂ ਵੈਲਿਊਜ਼ ਦਿੱਤੀਆਂ ਹੁੰਦੀਆਂ ਛੋਟੇ ਹੁੰਦਿਆਂ ਤੋਂ ਲੈ ਕੇ, ਉਹ ਸਾਡੇ ਨਾਲ ਹਮੇਸ਼ਾ ਰਹਿਣੀਆਂ। ਇਨ ਕੇਸ ਤੁਸੀਂ ਕੁਝ ਗਲਤ ਕਰਨ ਵੀ ਜਾ ਰਹੇ ਆ, ਤੁਹਾਨੂੰ ਹਮੇਸ਼ਾ ਖਿਆਲ ਆਉਂਦਾ ਆ ਵੀ ਸਾਡੇ ਘਰਦਿਆਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਭੇਜਿਆ ਆ, ਅਤੇ ਸਾਨੂੰ ਕੁਝ ਗਲਤ ਨਹੀਂ ਕਰਨਾ ਚਾਹੀਦਾ ਔਰ ਮਿਹਨਤ ਕਰਨੀ ਚਾਹੀਦੀ ਆ। ਇੱਕ ਬਹੁਤ ਵੱਡੀ ਜਿਹੜੀ ਇੱਥੇ ਰੌਲਾ ਰੱਪਾ ਜਾਂ ਮੀਡੀਆ ਦੇ ਵਿੱਚ ਪਿਆ ਆ ਥੋੜ੍ਹੇ ਦਿਨਾਂ ਦਾ, ਕਿ ਕੁੜੀਆਂ ਵਿਗੜ ਜਾਂਦੀਆਂ ਇੱਥੇ, ਗਲਤ ਕੰਮ ਕਰਨ ਲੱਗ ਜਾਂਦੀਆਂ। ਤੁਸੀਂ ਇੱਥੇ ਜਦੋਂ ਦੇ ਆਏ ਆ, ਤੁਹਾਡਾ ਕਿੰਨੇ ਕੁ ਇੱਦਾਂ ਦੇ ਲੋਕਾਂ ਨਾਲ ਵਾਹ ਪਿਆ, ਜਾਂ ਤੁਸੀਂ ਕੀ ਕਹਿੰਦੇ ਇਹਦੇ ਬਾਰੇ? ਮੈਂ ਕੈਨੇਡਾ ਵਿੱਚ ਨਵੀਂ ਆਈ ਸੀ, ਤਾਂ ਮੈਨੂੰ ਇੱਥੇ ਮੇਰੇ ਕੋਈ ਵੀ ਸਕੂਲ ਦੇ ਫਰੈਂਡਸ ਤੋਂ ਛੱਡ ਕੇ ਕੋਈ ਖਾਸ ਫਰੈਂਡਸ ਨਹੀਂ ਸੀ। ਅਤੇ ਜਿਹੜੇ ਸਕੂਲ ਫਰੈਂਡਸ ਹੁੰਦੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਾਂ। ਉਹਦੇ ਤੋਂ ਇਲਾਵਾ ਮੈਨੂੰ ਰੂਮਮੇਟਸ ਮਿਲੀਆਂ, ਮੈਂ ਉਹਨਾਂ ਨਾਲ ਬੇਸਮੈਂਟਸ ਸ਼ੇਅਰ ਕੀਤੀਆਂ, ਕੰਮ 'ਤੇ ਕੁੜੀਆਂ ਮਿਲੀਆਂ, ਕਾਫੀ ਨਿਊ ਫਰੈਂਡਸ ਬਣੀਆਂ। ਅਤੇ ਮੈਂ ਦੇਖਿਆ ਕਿ ਇਹੋ ਜਿਹਾ ਕੁਛ ਨਹੀਂ ਆ। ਉਹ ਵੀ ਜਿੱਦਾਂ ਮੈਂ ਆਪਦੀ ਨੋਰਮਲ ਲਾਈਫ ਜੀ ਰਹੀ ਹਾਂ, ਹਾਰਡ ਵਰਕ ਕਰ ਰਹੀ ਹਾਂ, ਪੜ੍ਹ ਰਹੀ ਹਾਂ, ਕੰਮ ਕਰ ਰਹੀ ਹਾਂ, ਮੋਸਟਲੀ ਬੱਚੇ ਇਹ ਕੁਛ ਕਰ ਰਹੇ ਆ। ਤਾਂ ਹਜੇ ਦੇਰ ਤੱਕ ਮੈਂ ਕਦੇ ਵੀ ਕਿਸੇ ਵੀ ਇੱਦਾਂ ਦੇ ਇਨਸਾਨ ਨੂੰ ਨਹੀਂ ਮਿਲੀ ਜਿਹੜਾ ਕੋਈ ਗਲਤ ਕੰਮ ਕਰ ਰਿਹਾ ਹੋਵੇ। ਦੋਸਤੋ, ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੇ ਨਾਲ ਕੁਝ ਹੋਰ ਇੱਥੋਂ ਇੰਟਰਨੈਸ਼ਨਲ ਜਿਹੜੀਆਂ ਸਟੂਡੈਂਟਸ ਨੇ ਪੰਜਾਬ ਤੋਂ ਆਈਆਂ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਦੇ ਨਾਲ ਦੁਬਾਰਾ ਅਸੀਂ ਫਿਰ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਆਪਣੇ ਬਾਰੇ ਥੋੜ੍ਹੀ ਜਿਹੀ ਜਾਣ ਪਛਾਣ ਕਰਾਓਗੇ, ਇੰਟਰੋਡਕਸ਼ਨ ਦਿਓਗੇ, ਕਿੱਥੇ ਪੜ੍ਹਦੇ ਹੋ, ਕਦੋਂ ਆਏ ਹੋ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਮਨਵੀਰ ਕੌਰ ਹੈ। ਮੈਂ 5 ਸਾਲ ਪਹਿਲਾਂ ਆਈ ਸੀ ਇੰਟਰਨੈਸ਼ਨਲ ਸਟੂਡੈਂਟ। ਮੈਂ ਰਾਈਟ ਨਾਓ PR ਹਾਂ
ਆਈ ਮੈਂ ਫੁੱਲ ਟਾਈਮ ਜੌਬ ਕਰਦੀ ਹਾਂ ਹੁਣ ਇਮੀਗ੍ਰੇਸ਼ਨ ਲਾਇਰਸ ਦੇ ਨਾਲ। ਸੋ 5 ਸਾਲ ਪਹਿਲਾਂ ਮੈਂ ਟੋਰਾਂਟੋ ਆਈ ਸੀ ਸ਼ੈਰਡਨ ਕਾਲਜ। ਉੱਥੋਂ ਮੈਂ 2 ਇਅਰਸ ਦਾ ਪ੍ਰੋਗਰਾਮ ਫਿਨਿਸ਼ ਕੀਤਾ ਕੰਪਿਊਟਰ ਸਿਸਟਮਸ ਟੈਕਨੀਸ਼ੀਅਨ, ਅਤੇ ਕਰੰਟਲੀ ਮੇਰੀ ਜਿਹੜੀ ਜੌਬ ਹੈ ਉਹ ਮਤਲਬ ਵਧੀਆ ਚੱਲ ਰਹੀ ਹੈ ਸਭ ਕੁਝ। ਟੋਰਾਂਟੋ ਦੇ ਵਿੱਚੋਂ ਕੁਛ ਇੱਦਾਂ ਦੀਆਂ ਖਬਰਾਂ ਆਈਆਂ ਮੀਡੀਆ ਦੇ ਵਿੱਚ ਜਿਹੜੀਆਂ ਸਟੂਡੈਂਟਸ ਬਾਰੇ, ਕਦੇ ਕੋਈ ਵਾਹ ਪਿਆ ਤੁਹਾਡੀ ਆਬਜ਼ਰਵੇਸ਼ਨ ਨਿੱਜੀ ਕਿ ਇਸ ਤਰ੍ਹਾਂ ਦੇ ਕਿੰਨੇ ਕੁ ਲੋਕ ਹੁੰਦੇ ਜਾਂ ਹੁੰਦੇ ਵੀ ਆ ਜਾਂ ਨਹੀਂ? ਖਬਰਾਂ ਤਾਂ ਸਾਰੇ ਸੁਣਦੇ ਨੇ, ਅਸੀਂ ਵੀ ਰੋਜ਼ ਸੁਣਦੇ ਹਾਂ, ਬਟ ਓਨੈਸਟਲੀ ਸਪੀਕਿੰਗ ਮੈਨੂੰ 5 ਸਾਲਾਂ ਵਿੱਚ ਹੁਣ ਜਿਹੜੀ ਕੁੜੀਆਂ ਦੀ ਸਪੈਸ਼ਲੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਇੱਕ ਰੇਡੀਓ ਸ਼ੋਅ 'ਤੇ, ਮੈਨੂੰ 5 ਸਾਲਾਂ ਵਿੱਚ ਇੱਦਾਂ ਦੀ ਕੋਈ ਕੁੜੀ ਅੱਜ ਤੱਕ ਨਹੀਂ ਮਿਲੀ। ਮੈਂ ਸੁਣਿਆ ਬਹੁਤ ਹੈ, ਬਹੁਤ ਜਣਿਆਂ ਤੋਂ ਸੁਣਿਆ, ਆਪਣੇ ਕਲੋਜ਼ ਫਰੈਂਡਸ ਤੋਂ ਵੀ ਸੁਣਿਆ ਇੱਦਾਂ ਕਿ ਇੱਦਾਂ ਦਾ ਬਹੁਤ ਕੁਝ ਚੱਲ ਰਿਹਾ ਆ, ਪਰ ਮੈਨੂੰ ਇੱਦਾਂ ਦੀ ਕਦੀ ਕੋਈ ਕੁੜੀ ਨਹੀਂ ਮਿਲੀ ਹੈਗੀ। ਮੇ ਬੀ ਆਈ ਥਿੰਕ ਇਹ ਸਰਕਲ ਟੂ ਸਰਕਲ ਡਿਪੈਂਡ ਹੈ। ਵੀ ਜਦੋਂ ਮੈਂ ਇੱਥੇ ਆਈ ਸੀ ਮੈਨੂੰ ਬਹੁਤ ਹੀ ਮੈਚਿਓਰ ਕੁੜੀਆਂ ਮਿਲੀਆਂ ਸੀਗੀਆਂ ਮੇਰੀਆਂ, ਜਿਨ੍ਹਾਂ ਨੇ ਮੈਨੂੰ ਬਹੁਤ ਗਾਈਡ ਕੀਤਾ, ਸਹੀ ਮਤਲਬ ਡਿਸੀਜਨਸ ਲੈਣ ਵਿੱਚ ਹੈਲਪ ਕੀਤੀ। ਮੈਂ ਆਪਣੀ ਸਟੱਡੀ ਸਹੀ ਤਰ੍ਹਾਂ ਪੂਰੀ ਕੀਤੀ, ਮੇਰੀਆਂ ਪ੍ਰਾਇਓਰਿਟੀਜ਼ ਉਹਨਾਂ ਨੇ ਮੈਨੂੰ ਉਸ ਟਾਈਮ 'ਤੇ ਦੱਸੀਆਂ। ਸੋ ਲਾਈਕ ਮੈਂ ਇਹ ਨਹੀਂ ਕਹਿੰਦੀ ਵੀ ਇਹਦੇ 'ਚ ਕੋਈ ਸੱਚਾਈ ਨਹੀਂ ਹੈਗੀ, ਹੋ ਸਕਦਾ ਉਹ ਨਿਊਜ਼ ਵਿੱਚ ਸੱਚਾਈ ਹੋਵੇ, ਪਰ ਇਟਸ ਜਸਟ ਅ ਸਮਾਲ ਰੇਸ਼ੋ। ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਬੱਚੇ ਜਿਹੜੇ ਨੇ ਕਈ ਗਲਤ ਪਾਸੇ ਲੱਗ ਜਾਂਦੇ ਨੇ, ਅਤੇ ਉਹਨਾਂ 'ਚੋਂ ਵੀ 100% ਇੰਟਰਨੈਸ਼ਨਲ ਸਟੂਡੈਂਟਸ ਨਹੀਂ ਹੁੰਦੇ ਹੈਗੇ। ਇਟਸ ਜਸਟ ਐਵਰੀ ਕਾਈਂਡ ਆਫ ਪਰਸਨ। ਦੈਟਸ ਮਾਈ ਵਿਊ। ਮੈਂ ਜੋ ਕਹਿਣਾ ਚਾਹੁੰਦੀ ਹਾਂ ਵੀ ਹਰ ਕੋਈ ਇੰਟਰਨੈਸ਼ਨਲ ਸਟੂਡੈਂਟ ਨਹੀਂ ਉਸ ਪਾਸੇ ਵੱਲ ਲੱਗਿਆ ਹੋਇਆ। ਮੇਰੀਆਂ ਬਹੁਤ ਸਾਰੀਆਂ ਫਰੈਂਡਸ ਨੇ ਇੱਥੇ ਕੁੜੀਆਂ ਜਿਹੜੀਆਂ ਕਿ ਬਹੁਤ ਵਧੀਆ ਪੋਜੀਸ਼ਨਸ 'ਤੇ ਕੰਮ ਕਰਦੀਆਂ ਪਈਆਂ ਨੇ, ਜਿਨ੍ਹਾਂ ਨੇ 5 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਆ। ਕੋਈ ਉਹਨਾਂ ਦੇ ਬਾਰੇ ਕਿਉਂ ਨਹੀਂ ਬੋਲਦਾ ਹੈਗਾ? ਜਿਹੜਾ ਹਰ ਕੋਈ ਗਲਤ ਕੀ ਬੋਲ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟਸ ਬਾਰੇ, ਤਾਂ ਬਹੁਤ ਬੁਰਾ ਫੀਲ ਹੁੰਦਾ ਕਿ ਜਿਹੜਾ ਕੋਈ ਆਉਂਦਾ ਬੋਲ ਦਿੰਦਾ ਕਿ ਇੰਨਾ ਗੰਦ ਪਾਇਆ ਬੇਸਮੈਂਟਾਂ 'ਚ ਜੀ, ਇੰਨਾ ਖਲਾਰਾ ਪਾਉਂਦੇ ਆ, ਸਾਡੀਆਂ ਬੇਸਮੈਂਟਾਂ ਤੋੜ ਜਾਂਦੇ। ਜਿਨ੍ਹਾਂ ਦੀਆਂ ਸਾਫ਼ ਨੇ ਉਹਨਾਂ ਬਾਰੇ ਵੀ ਤਾਂ ਬੋਲੋ ਕਿ ਜਿਹੜੇ ਬੱਚੇ ਸਹੀ ਨੇ ਉਹਨਾਂ ਨੂੰ ਜਦੋਂ ਇੱਦਾਂ ਉਹਨਾਂ ਦੀ ਇੰਨੀ ਬੇਇੱਜ਼ਤੀ ਕੀਤੀ ਜਾ ਰਹੀ ਹੈ, ਉਹਨਾਂ ਨੂੰ ਬਹੁਤ ਬੈਡ ਫੀਲ ਹੁੰਦਾ ਹੈ। ਹਰ ਜਗ੍ਹਾ ਸਟੂਡੈਂਟ ਆ ਗਏ ਜੀ, ਸਟੂਡੈਂਟ ਆ ਗਏ, ਸਟੂਡੈਂਟ ਨੇ ਆਹ ਕਰਤਾ, ਸਟੂਡੈਂਟ ਨੇ ਉਹ ਕਰਤਾ। ਮਤਲਬ ਕਈ ਉਹਨਾਂ ਵਿੱਚੋਂ ਬਹੁਤ ਵੱਡੀ ਰੇਸ਼ੋ ਹੈ ਜਿਹੜੀ ਸਹੀ ਵੀ ਨੇ, ਜਿਨ੍ਹਾਂ ਨੇ ਆ ਕੇ ਆਪਣੇ ਬਿਜ਼ਨਸਿਸ ਐਸਟੈਬਲਿਸ਼ ਕਰ ਲਏ ਨੇ 4-4 5-5 ਸਾਲਾਂ ਦੇ ਵਿੱਚ। ਉਹਨਾਂ ਦੇ ਬਾਰੇ ਕਿਉਂ ਨਹੀਂ ਕੋਈ ਬੋਲ ਰਿਹਾ? ਮੈਂ 3 ਸਾਲ ਪਹਿਲਾਂ ਇੱਕ DQ 'ਤੇ ਕੰਮ ਕਰਦੀ ਸੀਗੀ। ਉਹਨਾਂ ਦੇ ਓਨਰਸ 10 ਸਾਲ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਆਏ ਸੀ, ਐਂਡ ਨਾਓ ਹੀ ਇਜ਼ ਐਨ ਓਨਰ ਆਫ ਲਾਈਕ more than 5 locations of Dairy Queen। ਉਹਨਾਂ ਦਾ ਨਾਮ ਕਿਉਂ ਨਹੀਂ ਕਦੀ ਕਿਸੇ ਨੇ ਲਿਆ? ਸਭ ਕੁਝ ਗਲਤ ਮਤਲਬ ਇੰਟਰਨੈਸ਼ਨਲ ਸਟੂਡੈਂਟਸ 'ਤੇ ਬਲੇਮ ਕੀਤਾ ਜਾ ਰਿਹਾ। ਇੱਕ ਆਈ ਥਿੰਕ ਇਹ ਹੌਟ ਟੌਪਿਕ ਬਣ ਚੁੱਕਿਆ ਕਿਉਂਕਿ ਇਹ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਇਹ ਸਾਰੀਆਂ ਨਿਊਜ਼, ਤਾਂ ਉਹਨੂੰ ਗਲਤ ਚੀਜ਼ਾਂ ਹੈ ਨਹੀਂ ਬਹੁਤ ਸਾਰੀਆਂ, ਪਰ ਉਹਨੂੰ ਬਹੁਤ ਜ਼ਿਆਦਾ ਉਛਾਲਿਆ ਜਾ ਰਿਹਾ ਹੈ। ਇਹਦੇ ਵਿੱਚ ਤੁਹਾਨੂੰ ਮੀਡੀਆ ਦਾ ਕਿੰਨਾ ਕੁ ਰੋਲ ਲੱਗਦਾ? ਅਸੀਂ ਵੀ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਬਹੁਤ ਸਾਰੀਆਂ ਕੁੜੀਆਂ ਇਹਦੇ ਉਲਟ ਸਾਹਮਣੇ ਆਈਆਂ ਵੀ ਨਹੀਂ, ਇਹ ਜੋ ਕੁਛ ਹੋ ਰਿਹਾ ਇਹ ਸਾਡੀ ਸੱਚਾਈ ਨਹੀਂ ਹੈ, ਸਾਡੀ ਸੱਚਾਈ ਹੋਰ ਆ ਜਿਹੜੀ ਤੁਸੀਂ ਦੱਸ ਰਹੇ ਹੋ। ਤੁਸੀਂ ਕਿਹਾ ਹੌਟ ਟੌਪਿਕ ਆ, ਮੀਡੀਆ ਕਿਉਂ ਚੱਕਦਾ ਇਹਨੂੰ? ਤੁਹਾਨੂੰ ਲੱਗਦਾ ਮੀਡੀਆ ਦਾ ਵੀ ਰੋਲ ਆ ਇਹ ਡੀਫੇਮ ਕਰਨ ਦੇ ਵਿੱਚ? ਡੈਫੀਨੇਟਲੀ ਮੀਡੀਆ ਨੂੰ ਓਬਵੀਅਸਲੀ ਜੇ ਜਿੰਨੀ ਨਿਊਜ਼ ਵਾਇਰਲ ਹੁੰਦੀ ਆ ਜਾਂ ਜਿਹੜਾ ਬੰਦਾ ਇੰਟਰਵਿਊ ਕਰ ਰਿਹਾ ਆ, ਜਿੰਨਾ ਉਹਨਾਂ ਦਾ ਚੈਨਲ ਚੱਲਦਾ ਉਨੇ ਉਹਨਾਂ ਨੂੰ ਪੈਸੇ ਬਣਦੇ ਆ। ਓਬਵੀਅਸਲੀ ਜਿੰਨੀ ਪਬਲਿਕ ਦੇਖ ਰਹੀ ਹੈ, ਤਾਂ ਇਹ ਇੱਕ ਬਹੁਤ ਹੀ ਹੌਟ ਟੌਪਿਕ ਬਣ ਚੁੱਕਿਆ ਜਿਹੜਾ ਉਹਨਾਂ ਨੂੰ ਪਤਾ ਹੈ ਮਿੰਟਾਂ 'ਚ ਵਾਇਰਲ ਚੱਲ ਜਾਣੀਆਂ ਵੀ ਇਹ ਤਾਂ ਵੀਡੀਓ ਸ਼ੇਅਰ 'ਤੇ ਸ਼ੇਅਰ। ਜਿਹੜੇ ਇੱਧਰਲੇ ਬੌਰਨ ਸਟੂਡੈਂਟਸ ਹੋਣਗੇ ਉਹਨਾਂ ਨੇ ਆਪਣੀ ਇੱਕ ਵਾਰ ਛੇੜੀ ਹੋਈ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਖਿਲਾਫ, ਉਹਨਾਂ ਨੇ ਉਹ ਸ਼ੇਅਰ ਕਰੀ ਜਾਣੀ, ਦੇਖੋ ਜੀ ਆਹ ਸਟੂਡੈਂਟਾਂ ਨੇ ਆਹ ਕਰਤਾ। ਜਿਹੜੀ ਉਹਨਾਂ ਦੀ ਨਿਊਜ਼ ਹੈ ਉਹ ਉਹਨਾਂ ਨੇ ਸ਼ੇਅਰ ਕਰੀ ਜਾਣੀ। ਇਟਸ ਜਸਟ ਲਾਈਕ ਅ ਬਿਜ਼ਨਸ ਰਾਈਟ ਨਾਓ ਫॉर ਜਰਨਲਿਸਟ। ਆਈ ਥਿੰਕ ਅ ਬਿਜ਼ਨਸ ਬਣ ਚੁੱਕਿਆ ਕਿ ਦੇ ਆਰ ਸ਼ੇਅਰਿੰਗ ਮੋਰ। ਦ ਨੈਗੇਟਿਵਿਟੀ ਇਜ਼ ਐਕਚੁਅਲੀ ਹੈਲਪਿੰਗ ਦੈਮ ਕਿ ਉਹਨਾਂ ਨੂੰ ਜ਼ਿਆਦਾ ਪ੍ਰੋਫਿਟ ਮਿਲ ਰਿਹਾ ਨੈਗੇਟਿਵਿਟੀ ਤੋਂ। ਵੀ ਮਸਾਲੇ ਲਾ ਕੇ ਖਬਰਾਂ ਜੀ ਤੁਸੀਂ ਛਾਪੀ ਜਾਓ, ਬੋਲੀ ਜਾਓ, ਉਹ ਹੈਲਪ ਹੋ ਰਹੀ ਆ ਉਹਨਾਂ ਦੀ, ਤਾਂ ਉਹ ਕਰੀ ਜਾ ਰਹੇ ਨੇ ਉਹ ਬਸ। ਮਤਲਬ ਸਾਡੇ ਬਾਰੇ ਵੀ ਤਾਂ ਕੋਈ ਬੋਲੋ ਨਾ। ਮੈਂ ਤਾਂ ਜਦੋਂ ਇੰਨੀਆਂ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਗੰਦੀਆਂ ਬੇਸਮੈਂਟਸ ਦੀਆਂ, ਮੈਂ ਸੀਰੀਅਸਲੀ ਚਾਹੁੰਦੀ ਸੀ ਕਿ ਕੋਈ ਇੱਦਾਂ ਕਿਉਂ ਨਹੀਂ ਕਰ ਰਿਹਾ ਕਿ ਸਾਰੀ ਸਹੀਆਂ ਦੀ ਵੀ ਥੋੜ੍ਹੇ ਜਿਹੇ ਸਹੀਆਂ ਦੀ ਵੀ ਉਹ ਕਰ ਦਿਓ ਨਾ ਤੁਸੀਂ, ਤਾਰੀਫ ਵੀ ਜਿਨ੍ਹਾਂ ਦੀਆਂ ਸਹੀ ਹੈਗੀਆਂ ਨੇ ਉਹਨਾਂ ਦੀ ਵੀ ਥੋੜ੍ਹੀ ਜਿਹੀ ਵੀਡੀਓਜ਼ ਬਣਾ ਕੇ ਪੋਸਟ ਕਰ ਦਿਓ ਵੀ ਉਹਨਾਂ ਦੀ ਵੀ ਥੋੜ੍ਹੀ ਇੱਜ਼ਤ ਬਣ ਜਾਵੇ ਜਿਹੜੀ ਸਾਰੀ ਡਾਊਨ ਜਾ ਰਹੀ ਹੈ। ਦੇਰ ਆਰ ਬੈਡ, ਬਹੁਤ ਗਲਤ ਵੀ ਹੋ ਰਿਹਾ, ਪਰ ਰੇਸ਼ੋ ਘੱਟ ਹੈ, ਵੱਧ ਨਹੀਂ ਹੈ, ਘੱਟ ਹੈ ਰੇਸ਼ੋ। ਸੱਚਮੁੱਚ ਜਿਹੜੀ ਇਹ ਖਬਰ ਸੀਗੀ ਜਿਹੜੀ ਹੁਣ ਰੀਸੈਂਟਲੀ ਇੱਕ ਸ਼ੋਅ ਦੇ ਵਿੱਚ ਹੋਈ ਹੈ, ਇਹ ਬਹੁਤ ਵਾਇਰਲ ਹੋਈ ਹੈ ਔਰ ਪੰਜਾਬ ਦੇ ਵਿੱਚ ਬਹੁਤ ਵਾਇਰਲ ਹੋਈ ਹੈ। ਉਹਦੇ 'ਚ ਮੀਡੀਆ ਨੂੰ ਕਿੰਨਾ ਕੁ ਫਾਇਦਾ ਹੁੰਦਾ ਉਹ ਬਾਅਦ ਦੀ ਗੱਲ ਆ, ਪਰ ਪੰਜਾਬ ਦੇ ਵਿੱਚ ਇੱਕ ਖਾਸ ਕਰ ਗਲਤ ਮੈਸੇਜ ਬਹੁਤ ਜ਼ਬਰਦਸਤ ਗਿਆ ਕਿ ਇੱਥੇ ਜਿਹੜੇ ਸਟੂਡੈਂਟ ਉਹਨਾਂ ਨੂੰ ਭੇਜਣ ਤੋਂ ਮਾਪੇ ਸੋਚ ਰਹੇ ਆ ਜਾਂ ਇੱਥੇ ਕੁੜੀਆਂ ਇੱਦਾਂ ਕਰਦੀਆਂ, ਇਸ ਕਿਸਮ ਦਾ। ਤੁਹਾਨੂੰ ਲੱਗਦਾ ਕਿ ਸਾਰੇ ਕੁਛ ਦੇ ਪਿੱਛੇ ਸਿਰਫ ਵਾਇਰਲ ਹੋਣਾ ਜਾਂ ਪਪੂਲਰ ਹੋਣਾ ਹੀ ਹੈ? ਬੇਸਿਕਲੀ ਮੀਡੀਆ ਦਾ ਕੰਮ ਹੁੰਦਾ ਹੈ ਨਿਊਜ਼ ਪਹੁੰਚਾਉਣਾ,
ਇੰਡੀਆ ਤੱਕ ਉਹਨਾਂ ਨੇ ਨਿਊਜ਼ ਪਹੁੰਚਾਉਣੀ ਸੀਗੀ ਕਿ ਹਰ ਕੋਈ ਇੰਡੀਆ ਤੱਕ ਖਾਸ ਕਰਕੇ ਇੱਕ ਨਿਊਜ਼ ਇੱਕ ਘਰ 'ਚ ਚੱਲ ਗਈ, ਮਤਲਬ ਇੱਕ ਪਿੰਡ ਦੀ ਨਿਊਜ਼ ਘਰ ਘਰ 'ਚ ਜਾ ਕੇ ਇੰਨੀ ਜਲਦੀ ਫੈਲ ਜਾਂਦੀ ਆ। ਉਦੋਂ ਉੱਥੇ ਤਾਂ ਸੋਸ਼ਲ ਮੀਡੀਆ ਦੀ ਤਾਂ ਲੋੜ ਹੀ ਨਹੀਂ ਹੈਗੀ, ਬੰਦੇ ਹੀ ਬਹੁਤ ਹੈ ਇੰਡੀਆ 'ਚ ਤਾਂ, ਰਾਈਟ। ਸੋ ਆਈ ਥਿੰਕ ਉਹਨਾਂ ਨੇ ਚਾਹੇ ਆਪਣੇ ਪ੍ਰੋਫਿਟ ਲਈ ਇਹ ਨਿਊਜ਼ ਜਿਹੜੀ ਵਾਇਰਲ ਕੀਤੀ ਹੈ, ਬਟ ਇਟਸ ਗਿਵਿੰਗ ਰੋਂਗ ਜਿਹੜੀ ਆ ਲੋਕਾਂ ਦੇ ਮਨ 'ਤੇ ਜਿਹੜਾ ਇੰਪਰੈਸ਼ਨ ਰੋਂਗ ਪੈ ਰਿਹਾ ਆ। ਬਹੁਤ ਸਾਰੇ ਬੱਚੇ ਆ ਕੇ ਕੁਝ ਵਧੀਆ ਵੀ ਕਰਦੇ ਨੇ, ਉਹਨਾਂ ਦੀ ਨਿਊਜ਼ ਕਦੇ ਨਹੀਂ ਛਪਦੀ ਹੈਗੀ। ਤਾਂ ਇੰਡੀਆ 'ਚ ਮਾਪਿਆਂ ਦੇ ਮਨ ਵਿੱਚ ਬਸ ਇੱਕ ਡਰ ਪੈ ਰਿਹਾ ਆ, ਹੁਣ ਨੈਗੇਟਿਵਿਟੀ ਹੈਗੀ ਹੈ, ਪਰ ਹਮੇਸ਼ਾ ਉਹੀ ਕਿਉਂ ਛਾਪੀ ਜਾ ਰਹੀ ਹੈ। ਸਭ ਕੁਝ ਈਵਨ ਹੋਣਾ ਚਾਹੀਦਾ ਆ, ਇਹ ਮੇਰਾ ਪੁਆਇੰਟ ਆਫ ਵਿਊ ਹੈ। ਤੁਸੀਂ ਥੋੜ੍ਹਾ ਜਿਹਾ ਆਪਣਾ ਦੱਸੋਗੇ ਵਿਊ, ਇੱਥੇ ਤੁਹਾਡਾ ਐਕਸਪੀਰੀਅੰਸ ਕੀ ਸੀ ਕਿ ਜਦੋਂ ਤੁਸੀਂ ਇੱਥੇ ਨਵੇਂ ਆਏ ਸੀ ਪੜ੍ਹਨ, ਉਹਦੇ ਤੋਂ ਬਾਅਦ ਕਿੰਨੇ ਕੁ ਪੈਸੇ ਘਰੋਂ ਮੰਗਵਾਉਣੇ ਪੈਂਦੇ ਆ? 20 ਘੰਟੇ ਨਾਲ ਕੰਮ ਕਰਕੇ ਸਰ ਜਾਂਦਾ ਇੱਕ ਕੀ ਕੁੜੀ ਮੁੰਡਿਆਂ ਵਾਂਗ ਸਿਕਿਉਰ ਆ ਇੱਥੇ, ਜਾਂ ਉਹਦੀ ਲਾਈਫ 'ਚ ਸਟਰਗਲ ਕਿੰਨੀ ਕੁ, ਖਾਸ ਕਰ ਜਿਹੜੇ ਮਾਪੇ ਇੰਡੀਆ ਤੋਂ ਭੇਜ ਰਹੇ ਜਾਂ ਪਲਾਨ ਕਰ ਰਹੇ ਭੇਜਣ ਦਾ, ਉਹ ਫਸਟ ਹੈਂਡ ਇਨਫੋਰਮੇਸ਼ਨ ਚਾਹੁੰਦੇ ਆ। ਤੁਸੀਂ ਇੱਥੇ ਸਾਰਾ ਕੁਝ ਹੰਢਾਇਆ, ਤੁਸੀਂ ਪੱਕੇ ਹੋਏ ਆ, ਹੁਣ ਤੁਹਾਡਾ ਕੀ ਐਕਸਪੀਰੀਅੰਸ ਸੀ? ਕੁੜੀਆਂ ਇੱਥੇ ਡੈਫੀਨੇਟਲੀ ਮੁੰਡਿਆਂ ਦੇ ਜਿੰਨਾ ਹੀ ਸੇਫ ਨੇ, ਇਹ ਤਾਂ ਮੈਂ 100% ਕਹਿ ਸਕਦੀ ਹਾਂ, ਕਿਉਂਕਿ ਉਹੀ ਸੇਫ ਸਰਵਿਸਿਜ਼ ਮੁੰਡਿਆਂ ਨੂੰ ਮਿਲ ਰਹੀਆਂ ਨੇ, ਉਹੀ ਸੇਫ ਸਰਵਿਸਿਜ਼ ਕੁੜੀਆਂ ਨੂੰ ਮਿਲ ਰਹੀਆਂ ਨੇ। ਪਰ ਇਹ ਹੈ ਕਿ ਮੈਟਰ ਸਿਰਫ ਇੱਕ ਚੀਜ਼ ਕਰਦੀ ਹੈ, ਸਹੀ ਗਾਈਡੈਂਸ। ਜੇ ਉਹਨਾਂ ਨੂੰ ਉਹ ਆਪਣੇ ਡਿਸੀਜਨਸ ਸਹੀ ਲੈ ਰਹੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਬੰਦਾ ਸਾਡੇ ਲਈ ਸਹੀ ਨਹੀਂ ਹੈਗਾ, ਜਾਂ ਇਹ ਥਾਂ ਸਾਡੇ ਲਈ ਸਹੀ ਨਹੀਂ ਹੈਗੀ, ਵੀ ਇੰਨੇ ਵਜੇ ਅਸੀਂ ਘਰੋਂ ਬਾਹਰ ਨਹੀਂ ਜਾਣਾ ਹੈਗਾ, ਵੀ ਗਲਤ ਟਾਈਮ ਥੋੜ੍ਹਾ ਜਿਹਾ, ਜਾਂ ਉਹਨਾਂ ਨੂੰ ਕੋਈ ਗਲਤ ਬੰਦਾ ਫੋਲੋ ਕਰ ਰਿਹਾ ਹੈ, ਜਾਂ ਕੋਈ ਗਲਤ ਚੀਜ਼ ਦਿਖਦੀ ਹੈ, ਕੋਈ ਹਰਕਤ ਹੋ ਰਹੀ ਹੈ, ਦੇ ਸ਼ੁੱਡ ਐਕਟ ਰਾਈਟ ਅਵੇ। ਇੱਥੇ ਐਮਰਜੈਂਸੀ ਸਰਵਿਸਿਜ਼ ਸਾਰਿਆਂ ਲਈ ਓਨੀਆਂ ਹੀ ਅਵੇਲੇਬਲ ਨੇ, ਜਾਂ ਜੇ ਕੋਈ ਕਿਸੇ ਵੀ ਕਈ ਵਾਰ ਬੱਚਿਆਂ ਨੂੰ ਕੋਈ ਚੀਜ਼ ਇੰਨੀ ਅਲਿਓਰ ਕਰ ਜਾਂਦੀ ਹੈ ਕਿ ਉਹ ਕਹਿਣਗੇ ਵੀ ਇਸ ਪਾਸਿਓਂ ਸਾਨੂੰ ਵੱਧ, ਗਲਤ ਪਾਸਿਓਂ ਸਾਨੂੰ ਵੱਧ ਪੈਸੇ ਬਣ ਜਾਣਗੇ ਕਿਸੇ ਤਰ੍ਹਾਂ, ਤਾਂ ਜੇ ਉਹਨਾਂ ਦਾ ਆਈ ਥਿੰਕ ਜੇ ਉਹਨਾਂ ਦਾ ਮਾਈਂਡ ਸੈਟ ਸ਼ੁਰੂ ਤੋਂ ਹੀ ਸਹੀ ਬਣਿਆ ਹੋਊਗਾ ਵੀ ਗਲਤ ਨੂੰ ਗਲਤ ਕਿਹਾ ਜਾਵੇ ਅਤੇ ਸਹੀ ਨੂੰ ਸਹੀ ਕਿਹਾ ਜਾਵੇ, ਉਹ ਡਿਫਰੈਂਸ਼ੀਏਟ ਕਰ ਸਕਣ, ਤਾਂ ਉਸ ਪਾਸੇ ਵੱਲ ਨਹੀਂ ਜਾਣਗੇ। ਸੋ ਹਰ ਕਿਸੇ ਦੀ ਲਾਈਫ ਵਿੱਚ ਉਹਨੂੰ ਬਹੁਤ ਸਾਰੀ ਲਾਈਫ ਦੇ ਫੇਜ਼ਸ ਵਿੱਚ ਮਤਲਬ ਓਪਰਚੁਨਿਟੀਜ਼ ਮਿਲਦੀਆਂ ਰਹਿੰਦੀਆਂ, ਵੀ ਵੱਖਰੇ ਵੱਖਰੇ ਬੰਦੇ ਮਿਲਦੇ ਰਹਿੰਦੇ। ਮੈਨੂੰ ਵੀ ਬਹੁਤ ਤਰ੍ਹਾਂ ਦੇ ਮਿਲੇ 5 ਸਾਲਾਂ 'ਚ। ਬੱਚੇ 'ਤੇ ਡਿਪੈਂਡ ਹੈ। ਹੁਣ ਜਿਹੜੇ ਅੱਜ ਕੱਲ੍ਹ ਬੱਚੇ ਆ ਰਹੇ ਹੈ, ਮੈਂ 19 ਈਅਰਸ ਦੀ ਆਈ ਸੀ, ਜਿਹੜੇ 17-18 ਸਾਲ ਦੇ ਬੱਚੇ ਆ ਰਹੇ ਆ, ਬਹੁਤ ਛੋਟੀ ਏਜ ਹੁੰਦੀ ਹੈ, ਤਾਂ ਓਬਵੀਅਸਲੀ ਉਹ ਗਰੋਇੰਗ ਏਜ 'ਚ ਬੱਚੇ ਨੂੰ ਸਹੀ ਗਾਈਡੈਂਸ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਉਸ ਟਾਈਮ ਦੇ ਪੇਰੈਂਟਸ ਦੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ, ਅਤੇ ਵਿਗੜਨ ਦੇ ਚਾਂਸਿਸ ਵੀ ਸਭ ਤੋਂ ਹਾਈ ਹੁੰਦੇ ਆ ਉਸ ਟਾਈਮ 'ਤੇ। ਜੇ ਉਹਨਾਂ ਨੂੰ ਰਾਈਟ ਅਵੇ ਆ ਕੇ ਇੱਥੇ ਕੈਨੇਡਾ 'ਚ ਸਭ ਕੁਝ ਇੰਨਾ ਵਧੀਆ ਲੱਗਣ ਲੱਗ ਜਾਂਦਾ ਹੈ ਕਿ ਉਹਨਾਂ ਦੀ ਉਹ ਗਾਈਡੈਂਸ ਮਿਸ ਕਰ ਦਿੰਦੇ ਆ, ਉਹ ਵੀ ਸਹੀ ਅਤੇ ਗਲਤ 'ਚ ਫ਼ਰਕ ਕਰਨਾ ਉਹਨਾਂ ਨੂੰ ਮਿਸ ਹੋ ਜਾਂਦਾ। ਉਹਨਾਂ 'ਚੋਂ ਅੱਧੇ ਜਿਹੜੇ ਫਿਰ ਗਲਤ ਪਾਸੇ ਵੱਲ ਲੱਗ ਜਾਂਦੇ ਆ, ਜਿਨ੍ਹਾਂ ਦੇ ਘਰ ਦੇ ਇਨ ਟੱਚ 'ਚ ਰਹਿੰਦੇ ਆ, 2-2 3-3 ਵਾਰ ਫੋਨ ਕਰਦੇ ਆ, ਜਾਂ ਜਿਨ੍ਹਾਂ ਦੇ ਇੱਥੇ ਕਈ ਅੱਗੇ ਫੈਮਿਲੀ ਫਰੈਂਡਸ ਹੁੰਦੇ ਆ, ਰਿਲੇਟਿਵਸ ਹੁੰਦੇ ਆ, ਜਾਂ ਕਈਆਂ ਦੇ ਵਧੀਆ ਉੱਦਾਂ ਹੀ ਕੁੜੀਆਂ ਪਹਿਲਾਂ ਆਈਆਂ ਹੁੰਦੀਆਂ, ਉਹ ਉਹਨਾਂ ਨੂੰ ਗਾਈਡ ਕਰਦੇ ਆ, ਜਿੱਦਾਂ ਮੇਰੀਆਂ ਫਰੈਂਡਸ ਨੇ ਕੀਤਾ, ਤਾਂ ਉਹਨਾਂ ਦਾ ਬਹੁਤ ਵਧੀਆ ਸਫ਼ਰ ਲੰਘ ਜਾਂਦਾ ਆ ਅੱਗੇ ਦਾ। ਫਾਈਨੈਂਸ਼ੀਅਲੀ ਕਿੰਨਾ ਕੁ ਔਖਾ ਹੁੰਦਾ ਸਰਵਾਈਵ ਕਰਨਾ? 20 ਘੰਟੇ ਦੇ ਵਿੱਚ ਸਰ ਜਾਂਦਾ, ਪਿੱਛੋਂ ਪੈਸੇ ਮੰਗਵਾਉਣੇ ਪੈਂਦੇ ਆ, ਜਾਂ ਟੋਟਲ 2 ਸਾਲ ਦੇ ਵਿੱਚ ਕਿੰਨਾ ਕੁ ਖਰਚਾ ਹੋ ਜਾਂਦਾ? 2 ਸਾਲ ਦੀ ਐਵਰੇਜ ਫੀਸ, 2 ਸਾਲ ਦੇ ਪ੍ਰੋਗਰਾਮਸ ਦੀ ਮੋਸਟਲੀ ਜਿਹੜੇ 12ਵੀਂ ਤੋਂ ਬਾਅਦ ਬੱਚੇ ਲੈ ਕੇ ਆਉਂਦੇ ਨੇ, ਉਹਨਾਂ ਦੀ ਐਵਰੇਜ ਫੀਸ 36 ਤੋਂ 40 ਹਜ਼ਾਰ ਡਾਲਰ ਤੱਕ ਹੈ। ਜਦੋਂ ਮੈਂ ਆਈ ਸੀ 5 ਸਾਲ ਪਹਿਲਾਂ, ਉਦੋਂ ਸਾਡੀ 7 ਤੋਂ 8 ਹਜ਼ਾਰ ਐਵਰੇਜ ਇੱਕ ਸਮੈਸਟਰ ਦੀ ਫੀਸ ਹੁੰਦੀ ਸੀ, ਸੋ 36 ਹਜ਼ਾਰ ਸੀ। ਅੱਜ ਕੱਲ੍ਹ ਜਿੱਦਾਂ 40 ਵੀ ਕਈ ਕਾਲਜਿਸ ਨੇ ਵਧਾਈ ਹੋਈ ਹੈ, 40 ਤੋਂ 42 ਵੀ ਆ, 44 ਹਜ਼ਾਰ ਵੀ ਕਰ ਦਿੰਦੇ ਆ। ਅਤੇ ਇੰਡੀਆ ਤੋਂ ਫੀਸ ਜਿਹੜੀ ਭਰ ਕੇ ਆਉਂਦੇ ਆ ਇੱਕ ਸਮੈਸਟਰ ਦੀ, ਪਹਿਲਾਂ ਭਰਨ ਲੱਗ ਗਏ ਸੀ ਪਿਛਲੇ ਸਾਲ, ਤਾਂ ਉਹ ਸਿਰਫ ਮਤਲਬ 7-8 ਹਜ਼ਾਰ ਡਾਲਰ ਭਰਨਾ ਪੈਂਦਾ ਸੀ, ਜਿਹੜਾ ਪਲੱਸ 10,000 ਹੈਗਾ 10 ਹਜ਼ਾਰ ਡਾਲਰ GIC ਦਾ, ਉਹ ਹਮੇਸ਼ਾ ਤੋਂ ਹੀ ਚੱਲਦਾ ਆ ਰਿਹਾ, ਉਹ ਚੇਂਜ ਨਹੀਂ ਕੀਤਾ ਇਹਨਾਂ ਨੇ। ਅਤੇ 18 ਹਜ਼ਾਰ ਡਾਲਰ ਤੁਸੀਂ ਲਾ ਲਓ ਭਰ ਕੇ ਆਉਣਾ ਪੈਂਦਾ ਆ, ਹੈ ਨਾ। ਤਾਂ ਇੱਥੇ ਆ ਕੇ 2 ਕੁ ਮਹੀਨੇ ਤਾਂ ਬੱਚੇ ਨੂੰ ਸੈੱਟ ਹੋਣ 'ਚ ਵੀ ਲੱਗ ਜਾਂਦੇ ਆ। ਜੇ ਤੁਸੀਂ ਐਕਸਪੈਕਟ ਕਰੋ ਤੁਸੀਂ 2-3 ਮਹੀਨੇ ਕੰਮ ਕਰਕੇ ਅਗਲੀ ਫੀਸ ਕੱਢ ਲਓਗੇ, ਇਟਸ ਨਾਟ ਪੋਸੀਬਲ ਐਟ ਆਲ। 20 ਆਵਰਸ ਤਾਂ ਕਦੇ ਵੀ ਨਹੀਂ। ਪਰ ਹਾਂ ਇਹ ਹੈ ਕਿ ਜਿਹੜੀ ਸੈਕਿੰਡ ਤੋਂ ਬਾਅਦ 3rd ਫੀਸ ਆਉਂਦੀ ਹੈ, ਜੇ ਤੁਸੀਂ ਆਪਣੀ GIC ਸੇਵ ਕਰਕੇ ਆਪਣਾ ਖਰਚਾ ਕੱਢੀ ਜਾਓ, ਤਾਂ 3ਜੀ ਫੀਸ ਤੁਸੀਂ GIC 'ਚੋਂ ਆਰਾਮ ਨਾਲ ਕੱਢ ਸਕਦੇ ਹੋ। ਤਾਂ ਫਿਰ 4ਥੀ ਫੀਸ 'ਚ ਤੁਹਾਨੂੰ ਥੋੜ੍ਹੀ ਬਹੁਤ ਹੈਲਪ ਦੀ ਲੋੜ ਪੈ ਜੂਗੀ। ਜੇ ਤੁਸੀਂ ਬੜੇ ਮਤਲਬ ਤਰੀਕੇ ਨਾਲ ਚੱਲ ਰਹੇ ਹੋ ਤਾਂ ਥੋੜ੍ਹਾ ਬਹੁਤ ਮੈਨੇਜ ਤੁਸੀਂ ਕਰ ਵੀ ਸਕਦੇ ਹੋ। ਬਾਕੀ ਸਰਵਾਈਵ ਲਾਈਫ ਤੁਹਾਡਾ ਜਿਹੜਾ ਲਿਵਿੰਗ ਕਾਸਟ ਹੈ ਉਹ ਤਾਂ ਆਰਾਮ ਨਾਲ ਨਿਕਲ ਜਾਂਦਾ ਹੈ 20 ਆਵਰਸ ਕੰਮ ਕਰਕੇ। ਪਰ ਅੱਜ ਕੱਲ੍ਹ ਹੁਣ ਇਹਨਾਂ ਨੇ ਕੀਤਾ ਸੀਗਾ ਕਿ 1 ਈਅਰ ਦੀ ਫੀਸ ਭਰ ਕੇ ਆਉਣੀ ਪੈਂਦੀ ਸੀਗੀ ਇੰਡੀਆ ਤੋਂ। ਤਾਂ ਇਹ ਜਦੋਂ ਦਾ ਇਹ ਰੈਗੂਲੇਸ਼ਨ ਆਈਆਂ ਉਦੋਂ ਤੋਂ ਵੀ ਮੈਂ ਬਹੁਤ ਸਾਰੀ ਨਿਊਜ਼ ਦੇਖ ਰਹੀ ਹਾਂ ਕਿ ਬੱਚੇ ਜ਼ਿਆਦਾ ਕੇਅਰਲੈਸ ਹੋ ਜਾਂਦੇ ਆ। 1 ਸਾਲ ਦੀ ਫੀਸ ਭਰੀ ਹੁੰਦੀ ਹੈ, 1 ਸਾਲ ਲਈ GIC ਆਉਣੀ ਆ ਉਹਨਾਂ ਨੂੰ,
ਤਾਂ ਉਹਨਾਂ ਕੋਲ ਲਿਵਿੰਗ ਕਾਸਟ ਵੀ ਹੈਗਾ, ਕੰਮ ਹੀ ਨਹੀਂ ਕਰਦੇ ਹੈਗੇ, ਕੰਮ ਲੱਭਦੇ ਹੀ ਨਹੀਂ ਹੈਗੇ, ਇੰਨੀ ਹੈਗਾ ਹੀ ਆ, ਹਲੇ 1 ਸਾਲ ਲੰਘ ਹੀ ਜਾਣਾ ਆ। ਫਿਰ ਕਈ ਜਿਹੜੇ ਮਤਲਬ ਚੰਗੇ ਘਰਾਂ ਦੇ ਹੁੰਦੇ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਵੀ ਅਗਲੀਆਂ ਫੀਸਾਂ ਸਾਡੀਆਂ ਆ ਜਾਣੀਆਂ। ਜਿਹੜੇ ਦੂਜੇ ਹੁੰਦੇ ਉਸ ਦੇ ਟਾਈਮ 'ਚ ਉਹਨਾਂ ਦੇ ਕਈਆਂ ਦੇ ਇੱਥੇ ਹੁਣ ਬਹੁਤ ਸਾਰੇ ਮਤਲਬ ਇੱਦਾਂ ਪ੍ਰਾਈਵੇਟ ਬਿਜ਼ਨਸਿਸ ਬਣੇ ਹੋਏ ਆ, ਕਾਲਜਿਸ ਵਗੈਰਾ, ਸਪੈਸ਼ਲੀ BC ਦੇ ਵਿੱਚ, ਜਿਹੜੇ ਬੱਚਿਆਂ ਨੂੰ ਮਤਲਬ ਉਹ ਐਡਮਿਸ਼ਨ ਲੈਂਦੇ ਆ, ਉੱਥੇ ਵਰਕ ਪਰਮਿਟ ਨਹੀਂ ਮਿਲਦਾ। ਮੋਸਟਲੀ ਪਿਛਲੇ ਕੁਝ ਮਹੀਨਿਆਂ 'ਚ ਇੱਦਾਂ ਦੇ ਕੇਸਿਸ ਬਹੁਤ ਸਾਰੇ ਮੇਰੇ ਵੀ ਸਾਹਮਣੇ ਆਏ, ਕਿਉਂਕਿ ਮੈਂ ਇਮੀਗ੍ਰੇਸ਼ਨ 'ਚ ਕੰਮ ਕੀਤਾ ਆ ਬਹੁਤ ਦੇਰ। ਤਾਂ ਉਹ ਬੱਚੇ ਜਿਹੜੇ ਆ ਪਹਿਲਾਂ ਕਿਸੇ ਵੀ ਪ੍ਰਾਈਵੇਟ ਜਾਂ ਕੋਈ ਇੱਦਾਂ ਦੇ ਸਕੂਲ 'ਚ ਆ ਜਾਣਗੇ, ਫਿਰ ਉਹਨਾਂ ਨੂੰ ਸਕੂਲ ਬਦਲਣਾ ਪਏਗਾ। ਦੈਟ ਲੀਡਸ ਟੂ ਸਲੋਲੀ ਐਂਡ ਸਲੋਲੀ ਬੱਚੇ ਦੀ ਜਿਹੜਾ ਮੇਨ ਸਹੀ ਲਾਈਨ ਹੁੰਦੀ ਹੈ ਪੜ੍ਹਾਈ ਦੀ, ਉਹ ਖ਼ਰਾਬ ਹੋ ਜਾਂਦੀ ਹੈ। ਜਦ ਤੱਕ 1 ਸਾਲ ਲੰਘ ਜਾਂਦਾ, ਉਹ ਉੱਦਾਂ ਹੀ ਇੰਨਾ ਜ਼ਿਆਦਾ ਸਟਰੈਸਡ ਹੋ ਜਾਂਦਾ ਬੱਚਾ ਕਿ ਉਹ ਗਲਤ ਪਾਸਿਆਂ ਵੱਲ ਪੈ ਰਿਹਾ ਆ। ਇਹ ਇੱਕ ਬਹੁਤ ਹੀ ਵੱਡਾ ਮਤਲਬ ਪੁਆਇੰਟ ਹੈ। ਸੋ ਜੇ ਇੰਡੀਆ ਤੋਂ ਜਿਹੜੇ ਵੀ ਪੇਰੈਂਟਸ ਇੰਡੀਆ ਤੋਂ ਦੇਖ ਰਹੇ ਨੇ, ਜਿਹੜੇ ਵੀ ਪਲਾਨ ਕਰ ਰਹੇ ਨੇ ਆਪਣੀ ਬੱਚਿਆਂ ਨੂੰ ਭੇਜਣਾ ਜਾਂ ਆਪਣੇ ਬੱਚਿਆਂ ਨੂੰ ਇੱਥੇ ਭੇਜਣ ਲਈ ਪਲਾਨ ਕਰ ਰਹੇ ਨੇ, ਉਹਨਾਂ ਨੂੰ ਬਹੁਤ ਸੋਚ ਸਮਝ ਕੇ ਕਿ ਫਾਈਨੈਂਸ਼ੀਅਲੀ ਐਟਲੀਸਟ ਉਹ ਮੈਨੇਜ ਕਰ ਸਕਣ। ਆਪਣੇ ਦਿਮਾਗ 'ਚ ਤਾਂ ਇਹ ਪਾ ਕੇ ਰੱਖਣ ਵੀ ਪੂਰੀ ਫੀਸ ਤਾਂ ਚੱਲ ਸਾਡੇ ਕੋਲ ਹੋਵੇ ਹੀ, ਪੜ੍ਹਾਈ ਦੀ ਫੀਸ ਐਟਲੀਸਟ ਹੋਵੇ, ਵੀ ਬੱਚੇ 'ਤੇ ਜ਼ਿਆਦਾ ਪ੍ਰੈਸ਼ਰ ਨਾ ਪਵੇ। ਅਤੇ ਪਰ ਬੱਚੇ ਨਾਲ ਕਲੋਜ਼ ਕੋਂਟੈਕਟ 'ਚ ਰਹਿਣ, ਮੇਕ ਸ਼ੋਰ ਕਰਨ ਕਿ ਉੱਥੇ ਆ ਰਿਹਾ ਆ, ਜਿਹਦੇ ਕੋਲ ਵੀ ਪਹਿਲਾਂ ਬੱਚਾ ਆ ਰਿਹਾ ਜਾਂ ਰਹਿ ਰਿਹਾ ਆ, ਉਹ ਮਤਲਬ ਸਹੀ ਹੋਣ ਜਿਨ੍ਹਾਂ ਕੋਲ ਵੀ ਜਾ ਕੇ ਰਹਿੰਦਾ। ਇੱਦਾਂ ਦੇ ਵੀ ਹੁੰਦੇ ਆ ਕਈ ਇੱਥੇ ਆ ਕੇ ਜਿਹੜੇ ਰਿਲੇਟਿਵਸ ਕੋਲ ਰਹਿੰਦੇ, ਉਹਨਾਂ ਦੇ ਰਿਲੇਟਿਵਸ ਹੀ ਉਹਨਾਂ ਨੂੰ ਮੋਲੈਸਟ ਕਰ ਰਹੇ ਆ। ਮਤਲਬ ਸਾਡੇ ਇੱਦਾਂ ਸਕੂਲ ਤੋਂ ਇੱਕ ਕੁੜੀ ਆਈ ਸੀ, ਸ਼ੀ ਵਾਜ਼ ਜਸਟ 16 ਔਰ ਆਈ ਥਿੰਕ 17 ਈਅਰਸ ਓਲਡ, ਅਤੇ ਉਹਦਾ ਖੁਦ ਦੇ ਰਿਲੇਟਿਵ ਦੇ ਘਰ ਆਈ ਸੀ, ਉਹੀ ਉਹਨੂੰ ਲਾਈਕ ਹੀ ਵਾਜ਼ ਟਰਾਈਂਗ ਟੂ ਹਰਾਸ ਹਰ, ਅਤੇ ਉਹ ਵਿਚਾਰੀ ਕੰਪਲੇਂਟ ਵੀ ਨਹੀਂ ਫਾਈਲ ਕਰ ਸਕਦੀ ਕਿਉਂਕਿ ਉਹਦੇ ਘਰ ਦੇ ਹੀ ਨਹੀਂ ਮੰਨ ਰਹੇ ਵੀ ਇੱਦਾਂ ਨਹੀਂ ਹੋ ਸਕਦਾ। ਸੋ ਬੱਚੇ ਫਿਰ ਕੀ ਕਰਨ, ਉਹਨਾਂ ਨੂੰ ਮੈਂ ਮਤਲਬ ਕਿਉਂਕਿ ਮੈਂ ਪੁਰਾਣੀ ਆਈ ਹੋਈ ਸੀ, ਤਾਂ ਉਹਨੇ ਮੈਨੂੰ ਫ਼ੋਨ ਕੀਤਾ, ਤਾਂ ਕਿਸੇ ਤਰ੍ਹਾਂ ਨਾਲ ਮੈਂ ਉਹਨੂੰ ਉੱਥੋਂ ਕਢਵਾ ਕੇ ਵੱਖਰੀ ਜਗ੍ਹਾ 'ਤੇ ਰਖਵਾਇਆ। ਉਹ ਹੁਣ ਇੰਨੀ ਵਧੀਆ ਜੋਬ ਕਰ ਰਹੀ ਹੈ, ਸ਼ੀ ਇਜ਼ ਸੁਪਰਵਾਈਜ਼ਰ ਸਮਵੇਅਰ। ਮੈਨੇਜਰ ਜੀ, ਤੁਹਾਡੇ ਨਾਲ ਅਸੀਂ ਬਾਅਦ ਦੇ ਵਿੱਚ ਗੱਲਬਾਤ ਕਰਦੇ ਹਾਂ। ਅਸੀਂ ਸਾਡੇ ਹੋਰ ਕੁਛ ਇੱਥੇ ਨਾਲ ਆਏ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਸੋ ਦੋਸਤੋ, ਅਸਲ ਦੇ ਵਿੱਚ ਇਹ ਸੱਚਾਈ ਆ ਜਿਹੜੀ ਇਹ ਬੱਚੇ ਤੁਹਾਨੂੰ ਦੱਸ ਰਹੇ ਆ, ਇਹ ਕੁੜੀਆਂ ਤੁਹਾਨੂੰ ਜੋ ਕੁਛ ਦੱਸ ਰਹੀਆਂ, ਕਿੰਨਾ ਕੁ ਖਰਚਾ ਹੁੰਦਾ, ਪਹਿਲਾਂ ਤੁਸੀਂ ਕਿੰਨੇ ਕੁ ਦੇ ਕੇ ਆਉਂਦੇ ਆ, $10,000 ਤੁਹਾਡਾ ਜਮ੍ਹਾਂ ਹੁੰਦਾ, ਇੱਕ ਫੀਸ ਤੁਸੀਂ ਦੇ ਕੇ ਭੇਜਦੇ ਆ। ਉਹਦੇ ਤੋਂ ਬਾਅਦ ਬਹੁਤੇ ਬੱਚੇ ਕੰਮ ਹੀ ਨਹੀਂ ਕਰ ਰਹੇ ਕਿ 1 ਸਾਲ ਦਾ ਜੁਗਾੜ ਤਾਂ ਹੈਗਾ, ਉਹਦੇ ਤੋਂ ਅਗਲੇ ਸਾਲ ਬਾਰੇ ਸੋਚਿਆ ਜਾਊਗਾ। ਪਰ ਇੱਕ ਗੱਲ ਬੜੀ ਪੱਕੀ ਹੈ ਵੀ ਇੱਥੇ ਤੁਸੀਂ ਸਿਕਿਉਰ ਆ, ਤੁਸੀਂ ਸੇਫ ਆ, ਇੱਥੇ ਕੋਈ ਵੀ ਕੁੜੀਆਂ ਮੁੰਡਿਆਂ ਦਾ ਜਿਹੜਾ ਫਰਕ ਨਹੀਂ ਹੈ। ਅਸੀਂ ਇਹ ਗੱਲਬਾਤ ਜਾਰੀ ਰੱਖਦੇ ਹਾਂ। ਤੁਸੀਂ ਸਾਨੂੰ ਥੋੜ੍ਹੀ ਜਿਹੀ ਆਪਣੀ ਜਾਣ ਪਛਾਣ ਦਿਓਗੇ ਜੀ, ਇੰਟਰੋਡਕਸ਼ਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਲੀਨ ਹੈ, ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ। 2010 ਦੇ ਵਿੱਚ ਮੈਂ ਇੱਥੇ ਆਈ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ। 4 ਸਾਲ ਦੀ ਡਿਗਰੀ ਦੇ ਵਿੱਚ ਮੈਂ ਐਡਮਿਸ਼ਨ ਲਿਆ ਸੀਗਾ। ਐਂਡ ਪਹਿਲੀ ਚੀਜ਼ ਮੈਂ ਇਹ ਕਹੂੰਗੀ ਕਿ ਮੇਰੀ ਜਰਨੀ ਹੁਣ ਤੱਕ ਮੈਨੂੰ ਲੱਗਦਾ ਹੈ ਕਿ ਬਹੁਤ ਅੱਛੀ ਰਹੀ ਹੈ। ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ, ਮੋਲੈਸਟੇਸ਼ਨ ਹੋ ਗਈ ਜਾਂ ਐਕਸਪਲੋਇਟੇਸ਼ਨ ਹੋ ਗਈ, ਆਈ ਥਿੰਕ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਕਿ ਤੁਹਾਨੂੰ ਕਿੰਨੀ ਜਾਣਕਾਰੀ ਹੈ। ਪਹਿਲੀ ਚੀਜ਼, ਤੁਸੀਂ ਕਿੰਨੇ ਅਵੇਅਰ ਹੈਗੇ ਆ ਤੁਹਾਡੇ ਰਾਈਟਸ ਬਾਰੇ, ਤੁਹਾਡੇ ਗੋਲਸ ਬਾਰੇ। ਇਹ ਛੋਟੀਆਂ ਚੀਜ਼ਾਂ ਜਿਹੜੀਆਂ ਬਹੁਤ ਮੈਟਰ ਕਰਦੀਆਂ। 2014 ਦੇ ਵਿੱਚ ਮੇਰੀ ਡਿਗਰੀ ਖਤਮ ਹੋਈ। ਉਸ ਤੋਂ ਬਾਅਦ ਮੈਂ 2 ਸਾਲ ਇੰਡੀਅਨ ਐਮਬੈਸੀ ਦੇ ਥਰੂ ਉਹਨਾਂ ਦੀ ਜਿਹੜੀ ਪ੍ਰਾਈਵੇਟਾਈਜੇਸ਼ਨ ਕੰਪਨੀ ਹੈ ਉੱਥੇ ਕੰਮ ਕੀਤਾ। ਐਂਡ ਰਾਈਟ ਨਾਓ ਮੈਂ ਇੱਕ ਰਿਪਿਊਟਡ ਲਾਅ ਫਰਮ ਦੇ ਵਿੱਚ ਕੰਮ ਕਰ ਰਹੀ ਹਾਂ। ਅਤੇ ਹੁਣ ਮੈਂ ਸੋਚ ਰਹੀ ਹਾਂ ਕਿ ਨੈਕਸਟ ਮੇਰਾ ਗੋਲ ਜਿਹੜਾ ਹੈ ਉਹ ਹੋਰ ਕੀ ਸਪੈਸ਼ਲਾਈਜੇਸ਼ਨ ਹੋਣੀ ਚਾਹੀਦੀ ਹੈ। ਔਰ ਮੇਰਾ ਸਾਥ ਮੈਂ ਕਹੂੰਗੀ ਬਹੁਤ ਹੀ ਮੈਚਿਓਰ ਸਿਆਣੇ ਲੋਕਾਂ ਨਾਲ ਰਿਹਾ। ਔਰ ਮੇਰੀ ਯੂਨੀਵਰਸਿਟੀ ਦੇ ਵਿੱਚ ਸਪੈਸ਼ਲੀ ਮੋਸਟਲੀ ਇੰਟਰਨੈਸ਼ਨਲ ਸਟੂਡੈਂਟਸ ਹੀ ਸੀਗੇ ਜਿਸ ਟਾਈਮ 'ਤੇ ਮੈਂ ਆਈ ਸੀ। ਸਾਰੇ ਜਾਣਿਆਂ ਨੇ ਇੱਕ ਦੂਜੇ ਦੀ ਬਹੁਤ ਸਪੋਰਟ ਕੀਤੀ, ਹਮੇਸ਼ਾ ਮੋਟੀਵੇਟ ਕੀਤਾ ਲਰਨਿੰਗ ਦੇ ਲਈ। ਆਈ ਥਿੰਕ ਇੱਕ ਚੀਜ਼ ਜਿਹੜੀ ਹੈ ਸ਼ਾਇਦ ਆਪਾਂ ਸਾਰੇ ਜਾਂ ਸਪੈਸ਼ਲੀ ਪੰਜਾਬ ਦੇ ਵਿੱਚ ਬੈਠੇ ਸਾਡੀਆਂ ਫੈਮਲੀਜ਼ ਭੁੱਲ ਜਾਂਦੀਆਂ। ਜਦੋਂ ਵੀ ਇੱਕ 17-18 ਸਾਲ ਦਾ ਬੱਚਾ ਜਾਂ ਕੋਈ ਵੀ ਜਾਣਾ, ਨਾਟ ਜਸਟ 17-18, ਐਨੀ ਨਿਊ ਇਮੀਗ੍ਰੈਂਟ ਕਿਸੇ ਨਵੇਂ ਦੇਸ਼ ਦੇ ਵਿੱਚ ਆ ਰਿਹਾ, ਕਲਚਰ ਸ਼ੌਕ ਇੱਕ ਬਹੁਤ ਵੱਡੀ ਚੀਜ਼ ਹੈ ਜਿਹਨੂੰ ਅਸੀਂ ਬਿਲਕੁਲ ਮਿਸ ਕਰ ਜਾਂਦੇ ਹਾਂ। ਐਂਡ ਆਈ ਥਿੰਕ ਜਿਹੜਾ ਉਹ ਪੁਆਇੰਟ ਮਿਸ ਕਰ ਜਾਂਦੇ ਹਾਂ ਉਹਦੇ ਕਰਕੇ ਸ਼ਾਇਦ ਪ੍ਰੋਬਲਮ ਸ਼ੁਰੂ ਹੁੰਦੀਆਂ। ਕਿਉਂਕਿ ਜੇ ਇਨੀਸ਼ੀਅਲ ਸਟੇਜ 'ਤੇ ਜਿਹੜਾ ਕਲਚਰ ਸ਼ੌਕ ਹੈ, ਲੈਂਗੁਏਜ ਹੋ ਗਿਆ, ਕੱਪੜੇ ਪਾਣੇ, ਖਾਣਾ ਪੀਣਾ, ਤੁਸੀਂ ਕਿਵੇਂ ਗੱਲਬਾਤ ਕਰਨੀ ਹੈ, ਛੋਟੀਆਂ ਚੀਜ਼ਾਂ, ਬਹੁਤ ਫ਼ਰਕ ਹੈ ਓਬਵੀਅਸਲੀ ਜੇ ਤੁਸੀਂ ਇੱਕ ਪੂਰੇ ਡਿਫਰੈਂਟ ਦੇਸ਼ ਦੇ ਵਿੱਚ ਹੀ ਆ ਗਏ ਆ। ਅਤੇ ਉਹ ਜਿਹੜਾ ਪੁਆਇੰਟ ਹੈ ਪਹਿਲੇ ਇਸ ਚੀਜ਼ 'ਤੇ ਮਿਸ ਹੋ ਜਾਂਦਾ ਹੈ। ਐਂਡ ਜਿਹੜਾ ਪ੍ਰੈਸ਼ਰ ਹੈ ਨਵੀਂ ਜਗ੍ਹਾ 'ਤੇ ਆ ਕੇ ਆਪਣਾ ਸਾਰਾ ਕੁਝ ਸੈਟਲ ਡਾਊਨ ਕਰਨਾ, ਪੜ੍ਹਾਈ ਦਾ ਦੇਖਣਾ, ਆਪਣਾ ਖਰਚਾ ਦੇਖਣਾ, ਐਂਡ ਫੀਸ ਇੰਨੀ ਜ਼ਿਆਦਾ ਹੈ ਕਿਤੇ ਨਾ ਕਿਤੇ ਜਿਵੇਂ ਕਿ ਗੁਰਪ੍ਰੀਤ ਐਂਡ ਮਨਜੋਤ ਦੋਨਾਂ ਨੇ ਕਿਹਾ ਕਿ ਇਹ ਇਲਿਊਜ਼ਨ ਉੱਥੇ ਬੈਠੇ ਹਰ ਕਿਸੇ ਨੂੰ ਹੈ ਕਿ ਤੁਸੀਂ ਕੈਨੇਡਾ ਪਹੁੰਚ ਜਾਓਗੇ ਤਾਂ ਬੜਾ ਈਜ਼ੀ ਹੈ ਡਾਲਰ ਛਾਪਣਾ
ਬਹੁਤ ਛੇਤੀ ਪੈਸੇ ਬਣ ਜਾਂਦੇ ਆ। ਤੁਸੀਂ 1-2 ਫੀਸ ਤਾਂ ਆਪਣੀ ਅਰੇਂਜਮੈਂਟ ਕਰਕੇ ਬਾਕੀ ਸਾਰੀਆਂ ਫੀਸ ਜਿੱਥੋਂ ਮਰਜ਼ੀ ਨਿਕਲ ਸਕਦੀਆਂ, ਵਿਚ ਆਈ ਥਿੰਕ ਇਜ਼ ਇੰਪੋਸੀਬਲ। ਹਾਂਜੀ, ਤੁਸੀਂ ਆਪਣਾ ਰਹਿਣਾ ਸਹਿਣਾ ਕੱਢ ਸਕਦੇ ਹੋ, ਲੇਕਿਨ ਫੀਸ ਨੂੰ ਜੇ ਤੁਸੀਂ ਇਹ ਕਹੋ ਕਿ ਇੱਕ ਸਟੂਡੈਂਟ 20 ਘੰਟੇ ਕੰਮ ਕਰਕੇ ਉਹਦੀ ਜੇ ਮੈਕਸਿਮਮ ਸੈਲਰੀ ਵੀ ਤੁਸੀਂ $15 ਜਾਂ $16 ਲਗਾ ਲਓ, ਜੇ ਕੋਈ ਸਕਿਲਡ ਹੈ ਤਾਂ, ਨਹੀਂ ਤਾਂ ਉਸ ਤੋਂ ਵੀ ਘੱਟ ਹੋਏਗੀ। ਉਸ ਕੈਲਕੂਲੇਸ਼ਨ ਦੇ ਹਿਸਾਬ ਨਾਲ ਕੋਈ ਹਿਸਾਬ ਹੀ ਨਹੀਂ ਬੈਠਦਾ। ਜਿਹੜੇ ਪੰਜਾਬ ਦੇ ਵਿੱਚੋਂ ਬਹੁਤੇ ਮਾਪੇ ਭੇਜਦੇ ਆ, ਉਹ ਬਹੁਤ ਜ਼ਿਆਦਾ ਅਮੀਰ ਨਹੀਂ ਆ, ਉੱਥੇ ਸਾਰੇ ਮਿਡਲ ਕਲਾਸ ਫੈਮਿਲੀਜ਼ 'ਚੋਂ ਬਹੁਤ ਸਾਰੇ ਬੱਚੇ ਇੱਥੇ ਆਉਂਦੇ ਆ, ਉਹ ਸਾਰੇ ਖਰਚਾ ਨਹੀਂ ਦੇ ਸਕਦੇ। ਮੋਸਟਲੀ ਜਿਹੜਾ ਵੀ 10, 12, 14 ਲੱਖ ਲੱਗਦਾ ਉਹ ਮਸੀਂ ਲਾ ਕੇ ਭੇਜਦੇ ਆ। ਕੀ ਫਿਰ ਸਾਰੇ ਇਹ ਸਟੂਡੈਂਟ ਮਾਪਿਆਂ ਤੋਂ ਮੰਗਵਾਉਂਦੇ ਆ ਜਾਂ ਹੱਲ ਕੀ ਆ ਫਿਰ? ਦੇਖੋ ਜੀ, ਇਹਦੇ ਵਿੱਚ ਪਹਿਲੀ ਚੀਜ਼ ਮੈਂ ਇਹ ਕਹੂੰਗੀ, ਮੈਂ ਦੱਸੂੰਗੀ ਮੈਂ ਇੱਥੇ ਕਿਉਂ ਆਈ ਸੀ। ਮੇਰੀ ਇੱਕ ਵਿਜ਼ੂਅਲ ਪ੍ਰੋਗਰੈਸਿਵ ਡਿਜ਼ੀਜ਼ ਹੈ। ਮੇਰੇ ਪੇਰੈਂਟਸ ਨੇ ਮੈਨੂੰ ਜਦੋਂ ਇੱਥੇ ਭੇਜਣ ਦਾ ਡਿਸੀਜਨ ਲਿਆ ਸੀ, ਉਹਨਾਂ ਦਾ ਸਿਰਫ ਹੋਲੀ ਸੋਲੀ ਇੱਕ ਪਰਪਸ ਸੀਗਾ। ਉਹਨਾਂ ਨੂੰ ਪਤਾ ਸੀ ਕਿ ਜੇ ਮੇਰੀ ਵਿਜ਼ਨ ਜਿਹੜੀ ਹੈ ਉਹ ਅੱਗੇ ਜਾ ਕੇ ਬਿਲਕੁਲ ਬੰਦ ਹੋ ਜਾਏਗੀ, ਜਿਵੇਂ ਵੀ ਹੈ, ਉਹ ਮੇਰਾ ਫਿਊਚਰ ਸਿਕਿਉਰ ਕਰਨਾ ਚਾਹੁੰਦੇ ਸੀ। ਮੈਨੂੰ ਇੱਦਾਂ ਦੀ ਜਗ੍ਹਾ 'ਤੇ ਭੇਜਣਾ ਚਾਹੁੰਦੇ ਸੀ ਜਿੱਥੇ ਜਾ ਕੇ ਉਹਨਾਂ ਨੂੰ ਪਤਾ ਹੈ ਕਿ ਅੱਜ ਤੋਂ 20 ਸਾਲ ਬਾਅਦ ਜਿੰਨੀ ਵੀ ਮਿਹਨਤ ਕੀਤੀ ਹੈ ਉਹ ਸਾਰੀ ਕੰਮ ਆਏਗੀ, ਸਿਕਿਉਰਿਟੀ ਐਂਡ ਕੁਝ ਕਰ ਪਾਵਾਂਗੇ। ਐਂਡ ਆਈ ਥਿੰਕ ਇਹੀ ਰੀਜ਼ਨ ਹੈ ਮੋਸਟਲੀ ਜਿਹੜੇ ਪੇਰੈਂਟਸ ਹੈਗੇ ਆ, ਉਹ ਜੇ ਪੰਜਾਬ ਤੋਂ ਕੋਈ ਚੰਗੀ ਫੈਮਿਲੀ ਹੈ ਜਾਂ ਮਿਡਲ ਕਲਾਸ ਹੈ, ਜਾਂ ਫਿਰ ਮੈਂ ਕਹੂੰਗੀ ਪੋਵਰਟੀ ਲਾਈਨ ਵਾਲੇ ਵੀ ਜਿਹੜੇ ਆਪਣੀਆਂ ਜ਼ਮੀਨਾਂ ਬਿਲਕੁਲ ਵੇਚ ਕੇ ਭੇਜਦੇ ਆ। ਇਹੋ ਜਿਹੇ ਬਹੁਤ ਜਾਣਿਆਂ ਦੇ ਮੈਂ ਆਈ ਹੈਵ ਕੇਮ ਅਕ੍ਰੋਸ ਦੈਟ। ਹੁਣ ਉਹਦੇ ਵਿੱਚ ਜਿਹੜਾ ਗਵਰਨਮੈਂਟ ਨੇ ਅੱਜ ਤੋਂ 3-4 ਸਾਲ ਪਹਿਲਾਂ ਰੈਗੂਲੇਸ਼ਨ ਚੇਂਜ ਕੀਤਾ। ਪਹਿਲਾਂ ਹੁੰਦਾ ਸੀ ਕਿ ਤੁਸੀਂ ਸਿਰਫ ਇੱਕ ਫਸਟ ਸਮੈਸਟਰ ਦੀ ਫੀਸ ਭਰ ਲਈ ਐਂਡ ਦੈਟਸ ਇਟ, ਯੂ ਕੈਨ ਕਮ ਔਨ ਦ ਬੇਸਿਸ ਆਫ ਦੈਟ, ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਂਦਾ ਸੀਗਾ। ਹੌਲੀ ਹੌਲੀ ਉਹਨਾਂ ਨੇ ਚੇਂਜ ਮੋਡੀਫਿਕੇਸ਼ਨ ਲਿਆਂਦੀ ਕਿ ਤੁਸੀਂ GIC ਅਕਾਊਂਟ ਜਿਹੜਾ ਆ ਉਹ ਸ਼ੁਰੂ ਕਰਤਾ। $5 ਜਾਂ $10,000, ਮੈਨੂੰ ਐਗਜ਼ੈਕਟ ਅਮਾਊਂਟ ਨਹੀਂ ਪਤਾ, ਪਹਿਲਾਂ ਸੀਗਾ ਉਹ ਮੋਡੀਫਿਕੇਸ਼ਨ। ਉਹਦਾ ਕਾਰਨ ਕੀ ਸੀ? ਕਿਉਂਕਿ ਉਹ ਸ਼ਾਇਦ ਨੋਟਿਸ ਉਹਨਾਂ ਨੇ ਕੀਤਾ ਕਿ ਜਿਹੜੇ ਸਟੂਡੈਂਟਸ ਹੈਗੇ ਆ ਜਾਂ ਪੇਰੈਂਟਸ ਹੈਗੇ ਆ, ਉਹਨਾਂ ਦੀ ਐਕਸਪੈਕਟੇਸ਼ਨ ਇਹੀ ਸੀ ਕਿ ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਆ ਕੇ ਇੱਥੇ ਕੰਮ ਕਰ ਲਓ। ਉਸੇ ਚੀਜ਼ ਨੂੰ ਕੰਸੀਡਰੇਸ਼ਨ 'ਚ ਰੱਖਦੇ ਹੋਏ ਗਵਰਨਮੈਂਟ ਨੇ ਜਿਹੜਾ ਇਲੀਗਲ ਕੰਮ ਹੈ ਉਹਨੂੰ ਖ਼ਤਮ ਕਰਵਾਉਣ ਲਈ ਇਹ ਇੰਪਲੀਕੇਸ਼ਨ ਲਿਆਂਦਾ। ਮੈਂ ਕਹੂੰਗੀ ਕਿ ਪਹਿਲੀ ਚੀਜ਼ ਤਾਂ ਇਹੀ ਹੈ, ਜੇ ਆਪਾਂ ਝੂਠੇ ਪੈਸੇ ਦਿਖਾ ਕੇ ਇੱਥੇ ਆ ਰਹੇ ਹਾਂ, ਪਹਿਲਾਂ ਤਾਂ ਆਪਾਂ ਪਹਿਲੇ ਸਟੈਪ 'ਤੇ ਹੀ ਲਾਅ ਤੋੜ ਦਿੱਤਾ। ਜਿਹੜਾ ਗਵਰਨਮੈਂਟ ਨੇ ਰੂਲ ਬਣਾਇਆ ਹੈ ਇਹ ਕਿਸੇ ਕਾਰਨ ਹੀ ਬਣਾਇਆ ਹੈ। ਹੁਣ ਵੀ ਜਿਹੜਾ ਉਹਨਾਂ ਨੇ ਕਿ $10,000 ਤੁਸੀਂ ਅਕਾਊਂਟ ਦੇ ਵਿੱਚ GIC ਅਕਾਊਂਟ 'ਚ ਹੋਣਾ ਚਾਹੀਦਾ ਆ, ਪਲੱਸ 2 ਸਮੈਸਟਰ ਦੀ ਫੀਸ ਭਰੀ ਹੋਣੀ ਚਾਹੀਦੀ ਹੈ। ਆਪਾਂ ਨੂੰ ਇਹ ਸੋਚਣਾ ਚਾਹੀਦਾ ਆ ਕਿ ਇਹ ਹੈ ਕਿਉਂ? ਇਹ ਸਿਰਫ ਇੱਕ ਦਿਖਾਉਣ ਲਈ ਅਮਾਊਂਟ ਨਹੀਂ ਹੈ, ਜਾਂ ਕੋਈ ਵੀ ਨਿਊ ਇਮੀਗ੍ਰੈਂਟ ਆ ਰਿਹਾ, ਜੇ ਗਵਰਨਮੈਂਟ ਨੇ ਇੱਕ ਸਰਟਨ ਅਮਾਊਂਟ ਰੱਖੀ ਹੋਈ ਹੈ ਕਿ ਇੰਨੇ $1,000 ਤੁਹਾਡੇ ਕੋਲ ਹੋਣੇ ਚਾਹੀਦੇ ਆ। ਆਈ ਥਿੰਕ ਇਹ ਅਨਫੋਰਚੂਨੇਟਲੀ ਜਿਹੜੇ ਏਜੰਟਸ ਹੈਗੇ ਆ, ਸ਼ਾਇਦ ਮੈਂ ਕਹੂੰਗੀ ਉਹ ਮਿਸਗਾਈਡ ਕਰਦੇ ਆ ਕਿ ਕੋਈ ਗੱਲ ਨਹੀਂ ਜੀ, ਇੱਥੋਂ ਲੈ ਕੇ ਦਿਖਾ ਦਿਓ, ਉੱਥੋਂ ਲੈ ਕੇ ਦਿਖਾ ਦਿਓ, ਵੀਜ਼ਾ ਹੀ ਲੱਗਣਾ। ਸਭ ਤੋਂ ਪਹਿਲੀ ਗੜਬੜ ਉੱਥੇ ਹੋ ਜਾਂਦੀ ਹੈ ਕਿ ਪਹਿਲਾਂ ਆਪਾਂ ਲਾਅ ਜਿਹੜਾ ਸੀਗਾ, ਕਾਨੂੰਨ, ਉਹਦੀ ਉਲੰਘਣਾ ਕਰਤੀ, ਅਸੀਂ ਝੂਠ ਮੂਠ ਕਰਕੇ ਜੁਗਾੜ ਕਰਕੇ ਦਿਖਾ ਦਿੱਤਾ। ਹੁਣ ਜਦੋਂ ਇੱਥੇ ਆ ਗਿਆ ਬੱਚਾ, ਆਫ ਕੋਰਸ ਫਿਰ ਐਕਸਪੈਕਟੇਸ਼ਨ ਤਾਂ ਹੈ ਹੀ, ਦੋ ਹੀ ਚੀਜ਼ਾਂ ਆ, ਜਾਂ ਤਾਂ ਉਹਨਾਂ ਨੂੰ ਬਾਏ ਹੁੱਕ ਔਰ ਕਰੁੱਕ ਕਿਸੇ ਤਰ੍ਹਾਂ ਪੈਸੇ ਕਮਾਉਣੇ ਪੈਣਗੇ ਜੇ ਉਹ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਆ, ਜਾਂ ਘਰਦਿਆਂ ਨੂੰ ਕਿਸੇ ਤਰ੍ਹਾਂ ਪ੍ਰੈਸ਼ਰਾਈਜ਼ ਕਰਨਗੇ ਜਿਸ ਫੈਮਿਲੀ ਦੇ ਵਿੱਚ ਇੰਪੋਸੀਬਲ ਹੈ ਕਿ ਉਹ ਪੈਸੇ ਕਿਸੇ ਵੀ ਤਰ੍ਹਾਂ ਉਹਨਾਂ ਕੋਲ ਹੈ ਹੀ ਨਹੀਂ, ਕੋਈ ਸਾਧਨ ਹੀ ਨਹੀਂ ਹੈ। ਉਸ ਕੇਸ ਦੇ ਵਿੱਚ ਜਿਹੜਾ ਬੱਚਾ ਆ ਉਹ ਇੰਨਾ ਮਜਬੂਰ ਹੋਏਗਾ, ਵਲਨਰੇਬਲ ਹੋਏਗਾ। ਮੈਨੂੰ ਯਾਦ ਹੈ ਮੇਰੇ ਨਾਲ ਇੱਕ ਮੈਂ ਪਾਰਟ ਟਾਈਮ ਜੌਬ ਕਰਦੀ ਸੀ, ਉੱਥੇ ਮੇਰੇ ਨਾਲ ਇੱਕ ਮੁੰਡਾ ਕੰਮ ਕਰਦਾ ਸੀ। ਉਹਦੇ ਫਾਦਰ ਨੇ ਪੂਰੀ ਜ਼ਮੀਨ ਜਿਹੜੀ ਆ ਉਹਨਾਂ ਨੇ ਗਹਿਣੇ ਚੜ੍ਹਾ ਕੇ ਉਹਨੂੰ ਇੱਥੇ ਭੇਜਿਆ ਸੀਗਾ ਕਿ ਉਹਨਾਂ ਦੀ ਸੋਚ ਇਹੀ ਸੀ, ਇੱਕ ਵਾਰੀ ਮੁੰਡਾ ਚਲਾ ਜਾਏਗਾ, 2 ਸਾਲ ਦੀ ਪੜ੍ਹਾਈ ਹੈ। ਇੰਟਰਨੈਟ 'ਤੇ ਅਸੀਂ ਦੇਖਿਆ ਮੁੰਡੇ ਕੁੜੀਆਂ ਸੋਹਣੇ ਸੋਹਣੇ ਕੱਪੜੇ, ਬ੍ਰਾਂਡਡ ਕੱਪੜੇ, ਗੋਲਡ ਦੀਆਂ ਚੀਜ਼ਾਂ, ਕਾਰਾਂ ਜਿਹੜੀਆਂ ਲੋਨ 'ਤੇ ਮਿਲ ਜਾਂਦੀਆਂ, ਉਹ ਇਹ ਨਹੀਂ ਦੱਸਦੇ ਕਿ ਲੋਨ 'ਤੇ ਲਈ ਹੈ ਜਾਂ ਕਿਸੇ ਦੀ ਹੈ। ਜਿਹੜੇ ਸੋਸ਼ਲ ਮੀਡੀਆ 'ਤੇ ਉੱਥੇ ਦਿਖਾਉਂਦੇ ਆ ਕਿ ਸਾਡੀ ਤਾਂ ਲਾਈਫ, ਅਸੀਂ ਬਹੁਤ ਫਨ ਕਰ ਰਹੇ ਹਾਂ, ਬਹੁਤ ਪੈਸਾ ਆ, ਕੋਈ ਪ੍ਰੋਬਲਮ ਹੀ ਨਹੀਂ ਹੈ। ਜਿਹੜੀ ਐਕਚੁਅਲ 'ਚ ਸਟਰਗਲ ਹੈ ਸ਼ਾਇਦ ਉਹ ਹੁਣ ਦਿਖਣੀ ਸ਼ੁਰੂ ਹੋ ਰਹੀ ਹੈ। ਮੈਨੂੰ ਲੱਗਦਾ 2-3 ਸਾਲ ਇੱਦਾਂ ਦੇ ਸੀਗੇ, ਇੱਕ ਸਿਰਫ ਇਲੂਜ਼ਨ ਹੀ ਦਿਖਾਈ ਜਾ ਰਹੀ ਸੀ ਕਿ ਕੈਨੇਡਾ ਦੇ ਵਿੱਚ ਤੁਸੀਂ ਪਹੁੰਚੇ, ਸਵਰਗ ਦੇ ਵਿੱਚ ਪਹੁੰਚ ਕੇ 4 ਸਾਲ ਮਜ਼ੇ ਕਰੋ, ਕੋਈ ਟੈਨਸ਼ਨ ਨਹੀਂ ਹੈ। ਪਰ ਆਈ ਥਿੰਕ ਉਹ ਸਿਰਫ ਇੱਕ ਸ਼ੋਸ਼ਾ ਸੀਗਾ ਜਿਹੜਾ ਦਿਖਾਇਆ ਜਾ ਰਿਹਾ ਸੀਗਾ ਇੱਕ ਅਣਜਾਣ ਬੱਚਿਆਂ ਵੱਲੋਂ। ਅਤੇ ਉੱਥੇ ਜਿਹੜੇ ਪੇਰੈਂਟਸ ਬੈਠੇ ਸੀਗੇ ਉਹਨਾਂ ਨੇ ਵੀ ਦੇਖ ਕੇ ਹਾ ਹੀ ਕਰ ਲਿਆ, ਜਾਂ ਸਾਰਿਆਂ ਨੇ ਕਹਿਤਾ ਵਾਹ ਜੀ ਬਹੁਤ ਚੰਗੀ ਗੱਲ ਹੈ। ਲੇਕਿਨ ਜਿਹੜੀ ਐਕਚੁਅਲ ਦੇ ਵਿੱਚ ਉਹਦੇ ਪਿੱਛੇ ਸੱਚਾਈ ਸੀ ਉਹ ਤਾਂ ਕਿਸੇ ਨੇ ਦੇਖੀ ਨਹੀਂ। ਹੁਣ ਜਿਹੜਾ ਬੱਚੇ ਕੋਲ ਕੋਈ ਤਰੀਕਾ ਨਹੀਂ ਹੈ, ਘਰੋਂ ਪੈਸੇ ਨਹੀਂ ਮੰਗਵਾ ਸਕਦਾ, ਫੀਸ ਉਹਨੇ ਦੇਣੀ ਹੈ, ਉਹ ਫਿਰ 2 ਚੀਜ਼ਾਂ 'ਚ ਫਸ ਗਿਆ। ਜਾਂ ਤਾਂ ਉਹ ਕਿਸੇ ਨਾ ਕਿਸੇ ਗਲਤ ਤਰੀਕੇ ਦੇ ਵਿੱਚ ਕੰਮ 'ਚ ਫਸ ਜਾਏਗਾ। ਫਸੇਗਾ ਵੀ ਕਿੱਦਾਂ? ਦੈਟ ਮੀਨਸ ਕਿ ਉਹਨੂੰ ਯੂਜ਼ ਕਰਨ ਲਈ ਇੱਥੇ 4 ਜਾਣੇ ਬੈਠੇ ਹੋਏ ਆ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਬੱਚਾ ਜਾਂ ਬੱਚੀ ਮਜਬੂਰ ਹੈ, ਇਹਨੂੰ ਪੈਸੇ ਦੀ ਲੋੜ ਹੈ, ਕਿਸੇ ਤਰ੍ਹਾਂ ਬਾਏ ਹੁੱਕ ਔਰ ਕਰੁੱਕ ਅਸੀਂ ਇਹਨੂੰ ਮਾੜੇ ਮੋਟੇ ਪੈਸੇ ਵੱਧ ਦੇਵਾਂਗੇ ਤਾਂ ਉਹ ਫਸ ਹੀ ਜਾਏਗਾ। ਔਰ ਮਜਬੂਰੀ ਦੇ ਵਿੱਚ ਆਈ ਐਮ ਸ਼ੋਰ ਜਿਹੜੀਆਂ ਅੱਜ ਕੱਲ੍ਹ ਨਿਊਜ਼ ਵਾਇਰਲ ਹੋ ਰਹੀਆਂ, ਆਈ ਐਮ ਸ਼ੋਰ ਕੁਛ ਨਾ ਕੁਛ ਪਰਸੈਂਟੇਜ ਇੱਦਾਂ ਦੀ ਹੋਏਗੀ ਵੀ ਜਿਹੜੇ ਬਹੁਤ ਮਜਬੂਰ ਹੈਗੇ ਆ। ਦੂਸਰੀ ਆਪਸ਼ਨ ਉਹਨਾਂ ਕੋਲ ਕੀ ਹੈ? ਪੜ੍ਹਾਈ ਛੱਡ ਕੇ LMIA ਦੇ ਪੈਸੇ ਦੇ ਦਿਓ ਜੀ। ਆਈ ਥਿੰਕ ਇਹ ਵੀ ਇੱਕ ਪ੍ਰੇ ਬਣਿਆ ਹੋਇਆ
ਸ਼ੁਰੂ ਕਰਵਾ ਲੈਂਦੇ ਆ, ਕੋਈ ਗੱਲ ਨਹੀਂ ਜੀ ਤੁਸੀਂ ਪੈਸੇ ਨਾ ਦਿਓ, ਤੁਸੀਂ ਸਾਡੇ ਬੱਚਿਆਂ ਵਰਗੇ ਆ। ਦੈਟਸ ਇੱਕ ਵਾਰੀ ਜਦੋਂ ਬੱਚੇ ਨੇ ਆਪਣੀ ਪੜ੍ਹਾਈ ਛੱਡਤੀ, ਉਹਦਾ ਕੇਸ ਖਰਾਬ ਹੋ ਗਿਆ, ਇੱਕ ਇਮੀਗ੍ਰੇਸ਼ਨ ਸਟੇਟਸ ਚਲਾ ਗਿਆ, ਸੈਕਿੰਡ ਸਟੈਪ ਉਹਨੇ ਪਹਿਲਾਂ $5000 ਦੇ ਦਿੱਤਾ, ਔਰ ਜਿਹੜਾ ਵੀ ਕੋਈ ਏਜੰਟ ਹੈ ਜਾਂ ਕੋਈ ਇੰਪਲੋਇਰ ਹੈ ਜਿਹੜਾ ਉਹਨੂੰ ਆਪਣੇ ਵੱਲੋਂ ਉਹਨੇ ਐਕਸਪਲੋਇਟ ਕਰਨ ਲਈ ਫਸਾਉਣਾ ਚਾਹਿਆ ਕਿ ਇਹ ਬੱਚਾ ਹੁਣ 4 ਸਾਲ ਲਈ ਮੇਰੇ ਕੋਲ ਫਸ ਜਾਏਗਾ, ਪੈਸੇ ਵੀ ਇਹਦੇ ਕੋਲੋਂ ਕਢਵਾਵਾਂਗੇ, PR ਦੀ ਉਹਨੂੰ ਲੋੜ ਹੈ, ਵਾਪਸ ਉਹਨੇ ਜਾਣਾ ਨਹੀਂ ਹੈ, ਇਸ ਕਰਕੇ 4-5 ਸਾਲ ਮੇਰਾ ਪੱਕਾ EMPLOYE ਹੋ ਗਿਆ, ਇਹਦੇ ਕੋਲੋਂ ਜੋ ਮਰਜ਼ੀ ਕਰਵਾਓ, ਜਿੰਨਾ ਮਰਜ਼ੀ ਕੰਮ ਕਰਵਾਓ, ਮਨਾ ਨਹੀਂ ਕਰੇਗਾ। ਐਂਡ ਆਈ ਥਿੰਕ ਇਹੋ ਜਿਹੇ ਬਹੁਤ ਸਾਰੇ ਕੇਸਿਸ ਹੈ ਜਿਹੜੇ ਸ਼ਾਇਦ ਅੱਜ ਤੱਕ ਸਾਹਮਣੇ ਹੀ ਨਹੀਂ ਆਏ, ਕਿਉਂਕਿ ਆਫ ਕੋਰਸ ਡਰ ਹੈ ਦੋਨੋਂ ਪਾਰਟੀਆਂ ਨੂੰ। ਦੋਨਾਂ ਤਰੀਕਿਆਂ 'ਚ ਦੇਖਿਆ ਜਾਏ ਤਾਂ ਇੱਕ ਜਿਹੜਾ ਬੱਚਾ ਆ ਉਹ ਫਸ ਰਿਹਾ, ਉਹ ਪਿਸ ਰਿਹਾ ਆ। ਤੁਸੀਂ ਹੁਣ ਕਨਕਲੂਡ ਕੀ ਕਰਦੇ ਹੋ? ਮਾਪੇ ਇੰਡੀਆ ਦੇ ਵਿੱਚ ਬੈਠੇ, ਪੈਸੇ ਬਹੁਤੇ ਹੈ ਨਹੀਂ, 10-12 ਜਿਹੜਾ 16 ਲੱਖ ਲੱਗਦਾ ਉਹਨਾਂ ਨੇ ਔਖੇ ਸੌਖੇ ਇਕੱਠੇ ਕਰਕੇ ਭੇਜਣਾ, ਬੱਚਿਆਂ ਨੂੰ ਭੇਜਣ ਕਿ ਨਾ ਭੇਜਣ? ਦੇਖੋ ਜੀ, ਪਹਿਲੀ ਚੀਜ਼ ਤਾਂ ਇਹ ਹੈ ਕਿ ਜੋ ਰੈਗੂਲੇਸ਼ਨ ਹੈ, ਮੈਂ ਕਹੂੰਗੀ ਕਿ ਸਿਰਫ ਜੁਗਾੜ ਲਈ ਉਹਨੂੰ ਨਾ ਇਕੱਠਾ ਕੀਤਾ ਜਾਏ। ਜੇ ਤੁਸੀਂ ਐਕਚੁਅਲ ਦੇ ਵਿੱਚ ਉਹ ਪੈਸੇ ਇਕੱਠੇ ਤੁਹਾਡੇ ਕੋਲ ਹੈ, ਤੁਸੀਂ ਸਪੋਰਟ ਕਰ ਸਕਦੇ ਹੋ, ਐਟਲੀਸਟ ਇੱਕ ਸਰਟਨ ਅਮਾਊਂਟ ਜਿਹੜੀ ਗਵਰਨਮੈਂਟ ਨੇ ਸਪੈਸੀਫਾਈ ਕੀਤੀ ਹੋਈ ਹੈ, ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਐਂਡ ਮਸਟ ਕਿ ਤੁਸੀਂ ਤਾਂ ਹੀ ਅੱਗੇ ਪ੍ਰੋਸੀਡ ਕਰੋ। ਅਤੇ ਉਹਦੇ ਵਿੱਚ ਮੈਂ ਗਲਤੀ ਪੇਰੈਂਟਸ ਦੀ ਵੀ ਨਹੀਂ ਕਹੂੰਗੀ, ਸ਼ਾਇਦ ਜਿਹੜੇ ਇੱਕ ਅਨਪੜ੍ਹ ਇੱਕ ਕਿਸਾਨ ਹੈ ਪਿੰਡ ਦੇ ਵਿੱਚ ਬੈਠਾ ਹੈ, ਉਹਨੂੰ ਤਾਂ ਸ਼ਾਇਦ ਅੰਗਰੇਜ਼ੀ ਦੀ ਵੀ ਸਮਝ ਨਹੀਂ ਹੈ, ਉਹ ਇੱਕ ਏਜੰਟ ਕੋਲ ਜਾਏਗਾ, ਉਹਨੂੰ ਪੈਸੇ ਦੇਗਾ, ਜੋ ਉਹਨੂੰ ਏਜੰਟ ਨੇ ਕਹਿ ਦਿੱਤਾ, ਦੈਟਸ ਇਟ, ਐਂਡ ਆਫ ਸਟੋਰੀ। ਸੋ ਆਈ ਥਿੰਕ ਇੱਥੇ ਬਹੁਤ ਜ਼ਿਆਦਾ ਲੋੜ ਹੈ ਕਿ IRCC ਜਿਹੜੀ ਹੈ ਉਹ ਜਿਹੜੇ ਏਜੰਟਸ ਹੈਗੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਰੈਗੂਲੇਟ ਕਰੇ, ਉਹਨਾਂ ਨੂੰ ਫੜਨਾ ਸ਼ੁਰੂ ਕਰੇ ਜਿਹੜੇ ਗਲਤ ਗਾਈਡ ਕਰ ਰਿਹਾ। ਐਂਡ ਪ੍ਰੋਬੇਬਲੀ ਗਵਰਨਮੈਂਟ ਦੀ ਇਨਵੋਲਵਮੈਂਟ ਇਸ ਸਟੇਜ 'ਤੇ ਹੋਰ ਹੋ ਸਕਦੀ ਹੈ ਕਿ ਇਹੋ ਜਿਹੇ ਜਿਹੜੇ ਪ੍ਰੇ ਦੇ ਵਿੱਚ ਫਸ ਰਹੇ ਆ ਬੱਚੇ, ਉਹ ਉਸ ਸਟੇਜ ਤੱਕ ਪਹੁੰਚਣ ਹੀ ਨਾ। ਬੇਸਿਕ ਫੀਸ ਬਹੁਤ ਜ਼ਰੂਰੀ ਹੈ, ਅਦਰਵਾਈਜ਼ ਆਈ ਥਿੰਕ ਕੋਈ ਇੰਨੀ ਵੀ ਕਾਹਲੀ ਨਹੀਂ ਹੈ ਕਿ ਜੇ ਕਿਸੇ ਕੋਲ ਪੈਸੇ ਨਹੀਂ ਹੈਗੇ, ਜ਼ਰੂਰੀ ਨਹੀਂ ਹੈ ਤੁਸੀਂ 4 ਸਾਲ ਦਾ ਕੋਰਸ ਲੈਣਾ, 2 ਸਾਲ ਦਾ ਲੈ ਸਕਦੇ ਹੋ। ਐਂਡ ਆਈ ਥਿੰਕ ਇੱਕ ਹੋਰ ਮੈਸੇਜ ਜਿਹੜਾ ਕਿ ਮੈਂ ਹਮੇਸ਼ਾ ਜਿਹੜਾ ਵੀ ਕੋਈ ਨਵਾਂ ਸਟੂਡੈਂਟ ਜਾਂ ਕੋਈ ਵੀ ਜਾਣਾ ਮੈਨੂੰ ਮਿਲਦਾ, ਮੈਂ ਹਰੇਕ ਨੂੰ ਕਹਿੰਦੀ ਹਾਂ, ਹਰ ਕਿਸੇ ਨੂੰ ਇਹ ਲੱਗਦਾ ਔਰ ਇਹ ਇਲੂਜ਼ਨ ਹੈ ਕਿ ਜੇ ਅਸੀਂ 2 ਸਾਲ ਦੀ ਪੜ੍ਹਾਈ ਕਰਕੇ ਉਸ ਤੋਂ ਬਾਅਦ ਜੀ LMIA ਲੈ ਲਵਾਂਗੇ ਜਾਂ ਕਿਸੇ ਸਪੋਂਸਰ ਜੌਬ ਦੇ ਥਰੂ ਕਰ ਲਵਾਂਗੇ, ਜਿਹਦੇ ਵਿੱਚ ਪੜ੍ਹਾਈ ਦੇ ਵਿੱਚ ਐਕਚੁਅਲ 'ਚ ਪੈਸੇ ਮੋਸਟਲੀ ਇੰਨੇ ਕੁ ਸਾਰਿਆਂ ਕੋਲ ਹੁੰਦੀ ਹੈ ਜਿਹੜਾ ਵੀ ਆ ਰਿਹਾ। ਗੜਬੜ ਕਦੋਂ ਹੁੰਦੀ ਹੈ? ਪੜ੍ਹਾਈ ਵੀ ਕਰ ਲਈ, ਬਹੁਤ ਸਾਰੇ ਪੈਸੇ ਵੀ ਖਰਚ ਲਏ, ਪੜ੍ਹਨ ਤੋਂ ਬਾਅਦ 2 ਸਾਲ ਹੋਰ ਜ਼ਿਆਦਾ ਕਿਸੇ ਨੂੰ ਪੈਸੇ ਦੇ ਕੇ PR ਦੀ ਫਾਈਲ ਲਗਵਾਈ। ਆਈ ਥਿੰਕ ਉਹ ਪਹਿਲੇ ਜਿਹੜੇ 2 ਸਾਲ ਆ, ਜੇ ਉਹਦੇ ਵਿੱਚ ਹੀ ਸਾਰੇ ਬੱਚੇ ਤੇ ਪੇਰੈਂਟਸ ਇੰਨਾ ਫੋਕਸ ਕਰ ਲੈਣ, ਆਪਣੇ ਆਪ ਨੂੰ ਇੰਨਾ ਐਜੂਕੇਟ ਕਰ ਲੈਣ, 2 ਸਾਲ ਦੀ ਫੀਸ ਮੋਸਟਲੀ ਆਈ ਥਿੰਕ ਇੱਕ ਜਿਹੜਾ ਨੋਰਮਲ ਬੰਦਾ, ਕਿਉਂਕਿ ਜੇ ਇੰਡੀਆ 'ਚ ਵੀ ਤੁਸੀਂ ਪੜ੍ਹਾ ਰਹੇ ਹੋ, ਉੱਥੇ ਵੀ ਕੋਈ ਸਸਤੀ ਨਹੀਂ ਹੈ ਐਜੂਕੇਸ਼ਨ। ਆਈ ਥਿੰਕ 20 ਲੱਖ ਤਾਂ ਉੱਥੇ ਵੀ ਲੱਗ ਹੀ ਜਾਂਦਾ ਆ। ਸੋ 30 ਲੱਖ ਤੱਕ ਜੇ ਇੱਥੇ ਵੀ ਅਫੋਰਡ ਕਰ ਸਕਦੇ ਆ, ਕੋਈ ਛੋਟਾ ਪ੍ਰੋਗਰਾਮ ਲੈ ਲਓ, ਲੇਕਿਨ ਇੱਦਾਂ ਦਾ ਲਓ ਜਿਹਦੇ ਨਾਲ ਐਕਚੁਅਲ ਦੇ ਵਿੱਚ ਤੁਹਾਨੂੰ ਤੁਸੀਂ ਇੰਪਲੋਏਬਲ ਹੋ ਬਾਅਦ 'ਚੋਂ। ਅਗਰ ਤੁਸੀਂ ਐਕਚੁਅਲੀ ਪੜ੍ਹ ਰਹੇ ਹੋ, 2 ਸਾਲ ਬਾਅਦ ਗਰੰਟਿਡ ਤੁਹਾਨੂੰ ਜੌਬ ਮਿਲੇਗੀ, ਐਂਡ ਉਸ ਜੌਬ ਦੇ ਬੇਸਿਸ 'ਤੇ ਬਿਨਾਂ ਐਕਸਪਲੋਇਟਡ ਹੋਏ, ਬਿਨਾਂ ਕਿਸੇ ਥਰਡ ਪਾਰਟੀ ਨੂੰ ਪੈਸੇ ਦਿੱਤੇ, ਤੁਸੀਂ ਆਰਾਮ ਨਾਲ ਇੱਥੇ ਸੈਟਲ ਡਾਊਨ ਹੋ ਸਕਦੇ ਹੋ, ਜੇ ਤੁਸੀਂ ਹਰ ਚੀਜ਼ ਲੌਫੁਲੀ ਕਰ ਰਹੇ ਆ ਐਂਡ ਅਬਾਈਡ ਕਰ ਰਹੇ ਆ ਔਰ ਤਰੀਕੇ ਦੇ ਨਾਲ ਚੱਲ ਰਹੇ ਆ। ਮਨਵੀਰ, ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਅਸੀਂ ਤਿੰਨਾਂ ਦੇ ਨਾਲ ਗੱਲਬਾਤ ਕੀਤੀ, ਤਿੰਨਾਂ ਦਾ ਕਦੇ ਵੀ ਇਹੋ ਜਿਹੀਆਂ ਕੁੜੀਆਂ ਦੇ ਨਾਲ ਵਾਹ ਵਾਸਤਾ ਨਹੀਂ ਪਿਆ, ਐਕਸਪੀਰੀਅੰਸ ਨਹੀਂ ਹੋਇਆ ਜਿੱਦਾਂ ਦਾ ਮੀਡੀਆ ਦੱਸ ਰਿਹਾ। ਪਰ ਤੁਹਾਡੀਆਂ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇਹ ਵੀ ਦੱਸ ਰਹੀਆਂ ਕਿ ਬੱਚੇ ਥਿੜਕ ਸਕਦੇ ਆ, ਇੱਥੇ ਸਰਵਾਈਵਲ ਔਖਾ ਹੈਗਾ ਆ। ਇਹ ਦੋਵੇਂ ਗੱਲਾਂ ਕੰਟਰਾਡਿਕਟਰੀ ਲੱਗਦੀਆਂ? ਬਟ ਨਹੀਂ, ਮੈਂ ਕੰਟਰਾਡਿਕਟਰੀ ਹੈਗੀਆਂ ਨੇ ਗੱਲਾਂ, ਪਰ ਜਿੱਦਾਂ ਮੈਂ ਪਹਿਲਾਂ ਹੀ ਵੀ ਕਿਹਾ ਕਿ ਬਹੁਤ ਇੱਕ ਰੇਸ਼ੋ ਹੈਗੀ ਆ ਬੱਚੇ ਜਿਹੜੇ ਹੁਣ ਵਿਗੜ ਰਹੇ ਨੇ ਜਾਂ ਪਹਿਲਾਂ ਵੀ ਜਿਹੜੇ ਵਿਗੜੇ ਹੋਣਗੇ, ਔਰ ਕਿਸੇ ਨੇ ਕਦੀ ਉਹਦਾ ਰੂਟ ਕਾਜ਼ ਮੈਂਸ਼ਨ ਹੀ ਨਹੀਂ ਕੀਤਾ ਮੀਡੀਆ 'ਤੇ, ਜਾਂ ਜਿਹੜਾ ਉਹ ਬੱਚਿਆਂ ਦੀ ਜਿੱਦਾਂ ਦੀ ਵੀ ਪ੍ਰੋਬਲਮਸ ਨੇ, ਕੁੜੀਆਂ ਦੀ ਪ੍ਰੋਸਟੀਟਿਊਸ਼ਨ ਪ੍ਰੋਬਲਮ ਹੈ, ਅੱਗੇ ਆ ਕੌਣ ਰਿਹਾ ਹੈ ਉਹਨਾਂ ਦੇ ਨਾਲ, ਕਰ ਕੌਣ ਰਿਹਾ ਆ, ਜਾਂ ਬੱਚਿਆਂ ਦੀ ਹੋਰ ਪ੍ਰੋਬਲਮਸ ਨੇ, ਉਹ ਆਪਣੇ ਕੰਮ 'ਤੇ ਐਕਸਪਲੋਇਟ ਹੋਣ ਨੇ, ਕੌਣ ਕਰ ਰਹੇ ਨੇ? ਉਹ ਵੀ ਸਟੂਡੈਂਟ ਆ ਕੇ ਸਟੂਡੈਂਟਾਂ ਨੂੰ ਐਕਸਪਲੋਇਟ ਕਰ ਰਹੇ ਨੇ, ਜਾਂ ਜਿਹੜੇ ਨਸ਼ਾ ਵੇਚਣ ਆਉਂਦੇ ਨੇ, ਜਾਂ ਮਤਲਬ ਕਿਸੇ ਕੋਲ ਇੰਨੇ ਪੈਸੇ ਤਾਂ ਹੈ ਨਹੀਂ ਕਿ ਉਹ ਪੈਸੇ ਲੈ ਕੇ ਜਾ ਰਿਹਾ ਤੇ ਕੁੜੀਆਂ ਨੂੰ ਪੈਸੇ ਦੇ ਰਿਹਾ ਹੈ ਕੋਈ ਵੀ ਗਲਤ ਕੰਮ ਕਰਨ ਲਈ। ਕਿਸੇ ਸਟੂਡੈਂਟ ਕੋਲ ਥੋੜ੍ਹੀ ਨਾ ਇੰਨੇ ਪੈਸੇ ਆ, ਜਿਹੜੇ ਪੁਰਾਣੇ ਆਏ ਹੋਏ ਆ ਉਹਨਾਂ ਕੋਲ ਹੀ ਇੰਨੇ ਪੈਸੇ ਆ। ਓਬਵੀਅਸਲੀ ਉਹਨਾਂ ਨੇ ਟਰੱਕ ਚਲਾ ਕੇ ਜਾਂ ਵੱਡੇ ਬਿਜ਼ਨਸ ਸੈਟਲ ਕਰਕੇ ਪੈਸੇ ਕਮਾਏ ਆ। ਸੋ ਉਹ ਰੂਟ, ਜੇ ਤੁਸੀਂ ਕਿਸੇ ਦੇ ਮਤਲਬ ਓਬਵੀਅਸਲੀ ਕੁੱਤੇ ਦੇ ਅੱਗੇ ਤੁਸੀਂ ਰੋਟੀ ਕਰੋਗੇ ਤਾਂ ਉਹਨੇ ਤਾਂ ਖਾਣੀ ਹੋਈ ਆ ਨਾ। ਹੁਣ ਉਹ ਬੰਦਾ ਮਰ ਰਿਹਾ, ਕੁੜੀਆਂ ਨੇ ਜਾਂ ਬੱਚੇ ਨੇ ਗਲਤ ਪਾਸੇ ਪੈ ਗਏ, ਜਦੋਂ ਉਹਨਾਂ ਨੂੰ ਅੱਗੋਂ ਮਿਲੀ ਜਾ ਰਹੇ ਆ, ਪੈਸੇ ਮਿਲੀ ਜਾ ਰਹੇ, ਜਾਂ ਤੁਸੀਂ ਉਹ ਸਟਾਪ ਕਰ ਦਿਓ। ਰੇਡੀਓ 'ਤੇ ਆ ਕੇ ਬੋਲਣਾ, ਹਰ ਕਿਸੇ ਨੇ ਬੋਲਣਾ, ਦੈਟ ਇਜ਼ ਲਾਈਕ ਐਵਰੀਡੇ ਥਿੰਗ। ਮੈਂ ਰੋਜ਼ ਵੀਡੀਓਜ਼ ਦੇਖ ਕੇ ਨਾ ਹੁਣ ਮੈਂ ਅੱਕੀ ਪਈ ਹਾਂ ਓਨੈਸਟਲੀ। ਰੇਡੀਓ 'ਤੇ ਬੋਲਣਾ ਬਹੁਤ ਸੌਖਾ ਹੈ, ਕਿਸੇ ਲਈ ਵੀ ਬੋਲਣਾ ਬਹੁਤ ਸੌਖਾ ਹੈ। ਫੋਨ ਕਰਿਆ, ਹਾਂਜੀ ਜੀ ਆਹ ਹੋ ਗਿਆ, ਅੱਜ ਬਰੈਂਪਟਨ 'ਚ ਆਹ ਹੋ ਗਿਆ, ਕੀ ਗੱਲ ਉਹਨਾਂ ਕੋਲ ਇਹ ਨਹੀਂ ਦੱਸਿਆ ਜਾਂਦਾ ਹੈਗਾ ਵੀ ਉਹ ਜਿਹੜੀਆਂ ਕੁੜੀਆਂ ਨੂੰ ਜਾਂ ਉਹ ਜਿਹੜੇ ਮੁੰਡੇ ਵਿਚਾਰੇ ਨਸ਼ਾ ਖਾ ਰਹੇ ਆ ਉਹਨਾਂ ਨੂੰ ਲਿਆ ਕੇ ਕੌਣ ਦੇ ਰਿਹਾ ਆ। ਮੈਂ ਬੜੇ ਦੇਖਿਆ, ਮੈਂ ਇੱਧਰਲੇ ਬੌਨ ਨੇ ਜਿਹੜੇ ਵੀ ਨਸ਼ਾ ਵੇਚਦੇ ਆ,
ਉਹ ਤਾਂ ਨਹੀਂ, ਇੰਟਰਨੈਸ਼ਨਲ ਸਟੂਡੈਂਟਸ ਵੀ ਵੇਚਦੇ ਹੋਣਗੇ, ਪਰ ਉਹ ਵੀ ਉਹ ਕੱਲਿਆਂ ਨੂੰ ਕਿਉਂ ਹਰ ਜਗ੍ਹਾ ਫਸਾਈ ਜਾ ਰਹੇ? ਜਿਹੜੇ ਕੁੜੀਆਂ ਦਾ ਨਾਮ ਲੈ ਰਿਹਾ ਹੈ, ਜਾਂ ਉਹ ਜਿਹੜੀ ਹੁਣ ਇੱਕ ਨਿਊਜ਼ ਵਾਇਰਲ ਹੋਇਆ ਜੀ, ਇੱਕ ਕੁੜੀ ਨੇ ਇੱਕ ਘਰ ਲਿੱਤਾ ਹੋਇਆ, ਬਿਜ਼ਨਸ ਖੋਲ੍ਹਿਆ ਹੋਇਆ, ਵੀ ਹੋਰਾਂ ਕੁੜੀਆਂ ਨੂੰ ਉਹ ਪੈਸੇ ਦਿਵਾਉਂਦੀ ਆ, ਗਲਤ ਹਰਕਤਾਂ ਕਰਾਉਂਦੀ ਹੈ, ਤਾਂ ਉਹ ਗਲਤ ਹਰਕਤ ਕਰ ਕੌਣ ਰਿਹਾ ਹੈ? ਉੱਥੇ ਆ ਕੇ ਪੈਸਾ ਕੌਣ ਦੇ ਰਿਹਾ? ਜੇ ਪੈਸਾ ਦੇ ਰਹੇ ਹੋ ਤਾਂ ਕੰਮ ਚੱਲ ਰਿਹਾ, ਬਿਜ਼ਨਸ ਚੱਲ ਰਿਹਾ। ਜੇ ਪੈਸਾ ਨਹੀਂ ਦੋਗੇ ਤਾਂ ਬਿਜ਼ਨਸ ਸਟਾਪ ਹੋ ਜਾਏਗਾ। ਰੇਡੀਓ 'ਤੇ ਗੱਲ ਕਰਕੇ ਬਿਜ਼ਨਸ ਸਟਾਪ ਕਰਨ ਦਾ ਕੀ ਮਤਲਬ ਹੈ? ਵਾਈ ਡੋਂਟ ਯੂ ਟਾਕ ਟੂ ਆਪਣੇ ਰਿਲੇਟਿਵਸ ਨਾਲ ਗੱਲ ਕਰੋ ਨਾ। ਇੱਥੇ ਜਿਹੜੇ ਤੁਹਾਡੇ ਰਿਸ਼ਤੇਦਾਰ ਤਾਂ ਸਾਰੇ ਪੁਰਾਣੇ ਆਏ ਹੋਣਗੇ, ਓਬਵੀਅਸਲੀ ਸੋਸਾਇਟੀ ਉਸ ਹਿਸਾਬ ਨਾਲ ਹੀ ਹੁੰਦੀ ਹੈ ਨਾ। ਜਿਹੜੇ 10 ਸਾਲ ਪਹਿਲਾਂ ਆਏ ਹੋਣਗੇ ਉਹਨਾਂ ਦੇ ਫਰੈਂਡਸ ਵੀ 10 ਸਾਲ ਪਹਿਲਾਂ ਆਏ ਹੋਣਗੇ, ਉਹਨਾਂ ਦੀ ਸੁਸਾਇਟੀ ਉੱਦਾਂ ਦੀ। ਜਿਹੜਾ ਕਹਿੰਦਾ ਮੈਂ ਖੁਦ ਗਿਆ ਉੱਥੇ ਜੀ, ਗੱਡੀ ਲਾ ਕੇ ਮੈਂ ਪਾਰਕਿੰਗ 'ਚ ਖੜਾ ਸੀਗਾ, ਮੈਂ ਸਭ ਕੁਝ ਆਪਣੇ ਅੱਖੀਂ ਵੇਖਿਆ, ਉਹਨੂੰ ਇਹ ਨਹੀਂ ਪਤਾ ਸੀ ਵੀ ਉੱਥੇ ਜਿਹੜੇ ਆਲਰੇਡੀ ਉਹ ਸਭ ਕਰ ਰਹੇ ਉਹ ਵੀ ਤਾਂ ਉਹਨੂੰ ਜਾਣਦਾ ਹੀ ਹੋਏਗਾ ਕੋਈ ਨਾ ਕੋਈ, ਕਿਸੇ ਦੇ ਥਰੂ ਹੀ ਪਤਾ ਲੱਗਦਾ ਆ। ਜੇ ਇੱਕ ਟਰੱਕ ਵਾਲਾ ਜਾ ਰਿਹਾ ਆ, ਉਹ ਦੂਜੇ ਟਰੱਕ ਵਾਲੇ ਨੇ ਆ ਕੇ ਜੀ ਗੱਲ ਕੀਤੀ ਵੀ ਅੱਜ ਆ ਸਟੂਡੈਂਟ ਕੁੜੀ ਸੀ, ਉਹ ਦੂਜਾ ਕੁਝ ਕਰਕੇ ਆਇਆ ਹੋਊਗਾ, ਓਬਵੀਅਸਲੀ ਤਾਂ ਹੀ ਉਹ ਗੱਲ ਕਰ ਰਹੇ ਨੇ। ਤਾਂ ਉੱਥੋਂ ਹੀ ਰੋਕ ਦੇਣ, ਤਾਂ ਉਹ ਹੱਲ ਹੈ, ਉੱਥੋਂ ਰੋਕਣ। ਬੱਚਿਆਂ ਨੂੰ ਸਹੀ ਗਾਈਡੈਂਸ ਮਿਲੇ। ਸਾਡੇ ਵਰਗੀਆਂ ਆਰਗੇਨਾਈਜੇਸ਼ਨਸ ਬਹੁਤ ਬਣ ਰਹੀਆਂ ਨੇ, ਅਸੀਂ ਟਰਾਈ ਕਰ ਰਹੇ ਹਾਂ, ਵੀ ਆਰ ਟਰਾਈਂਗ ਟੂ ਰੀਚ ਆਊਟ ਟੂ ਐਜ਼ ਮੈਨੀ ਸਟੂਡੈਂਟਸ ਐਜ਼ ਵੀ ਕੈਨ, ਅਤੇ ਅਸੀਂ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਨੂੰ ਸਹੀ ਗਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇੱਕ ਰੇਡੀਓ ਸ਼ੋਅ 'ਤੇ ਸਿਰਫ ਕੁਐਸਚਨਸ ਕਰਨਾ ਉਸ ਚੀਜ਼ ਦਾ ਹੱਲ ਨਹੀਂ ਹੈ। ਇੱਕ ਰੇਡੀਓ ਸ਼ੋਅ 'ਤੇ ਇੱਕ ਨਿਊਜ਼ ਨੂੰ ਉਛਾਲਣਾ ਉਸ ਚੀਜ਼ ਦਾ ਹੱਲ ਨਹੀਂ ਹੈ। ਇੱਧਰੋਂ ਵੀ ਸਹੀ ਗਾਈਡੈਂਸ ਮਿਲੇ। ਅਸੀਂ ਗਲਤ ਨੂੰ ਐਕਸੈਪਟ ਕਰ ਰਹੇ ਹਾਂ, ਅਸੀਂ ਐਕਸੈਪਟ ਕਰ ਰਹੇ ਹਾਂ ਕਿ ਜਿਹੜੇ ਸਟੂਡੈਂਟਸ ਆ ਰਹੇ ਨੇ, ਕਈ ਬਹੁਤ ਆਪਣਾ ਕਈਆਂ ਦਾ ਪੈਰ ਥਿਰਕ ਜਾਂਦਾ ਆ, ਉਹ ਗਲਤ ਡਿਸੀਜਨਸ ਲੈ ਲੈਂਦੇ ਛੋਟੀ ਉਮਰ 'ਚ ਆ ਕੇ। ਉਹਨਾਂ ਨੂੰ ਸਹੀ ਰਸਤੇ 'ਤੇ ਪਾਉਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਇੱਧਰੋਂ ਮਤਲਬ ਆਪਣਾ ਐਫਰਟ ਕਰ ਰਹੇ ਹਾਂ, ਤਾਂ ਉਹ ਸਿਰਫ ਰੇਡੀਓ ਸ਼ੋਅ 'ਤੇ ਆ ਕੇ ਫ਼ੋਨ ਨਾ ਕਰਨ, ਬੋਲਣ ਨਾ, ਆਪਣੇ ਵੱਲੋਂ ਥੋੜ੍ਹਾ ਐਫਰਟ ਕਰ ਲੈਣ। ਜਦੋਂ 4 ਬੰਦੇ ਬਹਿੰਦੇ ਆ, ਰਿਸ਼ਤੇਦਾਰ ਆਉਂਦੇ ਆ ਤੁਹਾਡੇ ਘਰ ਆ ਕੇ ਡਿਨਰ ਕਰਨ, ਬਕਾਇਦਾ ਤੁਸੀਂ ਇਹ ਕਹਿੰਦੇ ਹੋ ਜੀ ਸਾਡੀਆਂ ਬੇਸਮੈਂਟ 'ਚ ਕੁੜੀਆਂ ਰਹਿੰਦੀਆਂ, ਇੱਦਾਂ ਕਰਦੀਆਂ ਉਹ ਇੰਸਟੈਡ ਆਫ ਦੈਟ। ਜੇ ਤੁਸੀਂ ਮੈਂ ਆਪਣੀ ਲਾਈਫ 'ਚ ਇੱਕ ਲੈਸਨ ਸਿੱਖਿਆ ਆ, ਜੇ ਕੋਈ ਬੰਦਾ ਬਹੁਤ ਗਲਤ ਹੋਊਗਾ ਨਾ, ਜੇ ਤੁਸੀਂ ਉਹਨੂੰ ਵੀ ਜਾ ਕੇ ਕਹਿ ਦੋਗੇ ਨਾ ਕਿ ਤੂੰ ਅੱਜ ਆ ਚੰਗਾ ਕੀਤਾ, ਉਹਦੀ ਇੱਕ ਚੰਗੀ ਚੀਜ਼ ਜਾ ਕੇ ਕਹਿ ਦੋਗੇ, ਉਹ ਬੰਦਾ ਸਹੀ ਹੋਣਾ ਟਰਾਈ ਹੋ ਜਾਊਗਾ। ਸਲੋਲੀ ਉਹ ਬੰਦਾ ਸਹੀ ਰਸਤੇ 'ਤੇ ਪੈਣਾ ਟਰਾਈ ਹੋ ਜਾਊਗਾ, ਟਰਾਈ ਕਰੂਗਾ ਐਟਲੀਸਟ ਕਿ ਮੈਂ ਸਹੀ ਰਸਤੇ 'ਤੇ ਪੈ ਜਾਵਾਂ ਹੌਲੀ ਹੌਲੀ, ਵੀ ਮੈਨੂੰ ਕਿਸੇ ਨੇ ਚੰਗਾ ਕਿਹਾ। ਜੇ ਮਾੜੇ ਨੂੰ ਮਾੜਾ ਹੀ ਕਹੀ ਜਾਵਾਂਗੇ ਵੀ ਆਹ ਕਰਦੇ, ਫਿਰ ਉਹ ਜਿੱਦ ਕੇ ਕਰਨਗੇ ਮਾੜਾ। ਇਹ ਜਿੱਦ ਹੋਈ ਪਈ ਅੱਜ ਕੱਲ੍ਹ। ਆਖਰੀ ਸਵਾਲ, ਅਸੀਂ ਇਹ ਸਮਝਦੇ ਹਾਂ ਕਿ ਮਾੜੇ ਇੱਥੇ ਵਾਲਿਆਂ 'ਚ ਵੀ ਆ, ਜਿਹੜੇ ਪੱਕੇ ਆ ਸਟੂਡੈਂਟ 'ਚ ਵੀ ਆ, ਪੰਜਾਬ 'ਚ ਵੀ ਆ, ਕੈਨੇਡਾ ਹਰ ਸ਼ਹਿਰ ਦੇ ਵਿੱਚ ਵੀ ਆ, ਪਰ ਹੁਣ ਇੱਕ ਬੜੀ ਕਲੀਅਰ ਕੱਟ ਇੱਥੇ ਲਾਈਨ ਡਰਾ ਕੀਤੀ ਜਾ ਰਹੀ ਹੈ, ਪਤਾ ਨਹੀਂ ਕੌਨਸ਼ੀਅਸਲੀ ਜਾਂ ਜਾਣ ਬੁੱਝ ਕੇ ਜਾਂ ਉੱਦਾਂ, ਕਿ ਆਹ ਸਟੂਡੈਂਟ ਨੇ, ਆਹ ਇੱਥੇ ਪੁਰਾਣੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇਹਦਾ ਪਹਿਲੀ ਗੱਲ ਤਾਂ ਇਹਦਾ ਕਾਰਨ ਕੀ ਹੈ, ਰੀਜ਼ਨ ਕੀ ਹੈ? ਦੂਜੀ ਕੀ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਮਾੜੇ ਆ, ਚੰਗੇ ਆ, ਚਾਹੇ ਉਹ ਸਟੂਡੈਂਟਾਂ 'ਚ ਚਾਹੇ ਦੂਜਿਆਂ 'ਚ? ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ। ਲਾਈਨ ਡਰਾ ਕੀਤੀ ਜਾ ਰਹੀ ਹੈ, ਮੇ ਬੀ ਕਿਉਂਕਿ ਕੋਈ ਖੁਸ਼ ਨਹੀਂ ਹੋ ਰਿਹਾ ਹੈਗਾ। ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆ ਕੇ ਬਹੁਤ ਜ਼ਿਆਦਾ ਤਰੱਕੀ ਵੀ ਕਰ ਗਏ ਆ, ਅਤੇ ਜਿਹੜੇ ਲੋਕ ਕਈ 70s 80s 'ਚ ਆਏ ਸੀ, ਉਹਨਾਂ ਕੋਲ ਥੋੜ੍ਹੇ ਸਾਲਾਂ 'ਚ ਤਰੱਕੀ ਨਹੀਂ ਹੋਈ, ਉਹਨਾਂ ਨੂੰ ਬਹੁਤ ਟਾਈਮ ਲੱਗ ਗਿਆ ਤਰੱਕੀ ਕਰਨ ਨੂੰ, ਜਿਹੜੇ 70 80s 'ਚ ਆਏ ਸੀ, ਕਿਉਂਕਿ ਉਸ ਟਾਈਮ 'ਤੇ ਇੰਨੀ ਡਿਵੈਲਪਮੈਂਟ ਨਹੀਂ ਸੀ। ਜਿਹੜੇ 90s 'ਚ ਆਏ ਉਹਨਾਂ ਨੇ ਫਿਰ ਵੀ ਜਲਦੀ ਤਰੱਕੀ ਕਰ ਲਈ ਸੀ ਥੋੜ੍ਹੀ, ਹੈ ਨਾ। ਅਤੇ ਜਿਹੜੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ, ਜਿਹੜੇ ਜ਼ਿਆਦਾ ਮਿਹਨਤ ਕਰਦੇ ਆ, ਉਹ ਤਾਂ ਕਈ ਤਾਂ ਬਹੁਤ ਹੀ ਜਲਦੀ ਤਰੱਕੀ ਕਰ ਲੈਂਦੇ ਆ, ਜਾਂ ਕਈ ਜਿਹੜੇ ਛੋਟੀ ਏਜ 'ਚ ਆਉਂਦੇ ਇੱਥੇ ਆ ਕੇ ਐਵੇਂ ਕਾਰਾਂ ਲੈ ਲੈਂਦੇ ਆ, ਕੁਛ ਕਰਦੇ ਆ, ਫਨ ਕਰਦੇ ਆ। ਉਸ ਚੀਜ਼ ਤੋਂ ਆਈ ਥਿੰਕ ਇੱਕ ਗਲਤ ਪਿਕਚਰ ਬਣ ਗਈ ਹੈ। ਇੱਧਰ ਦੇ ਜਿਹੜੇ ਪੁਰਾਣੇ ਲੋਕ ਆਏ ਹੋਏ ਨੇ, ਉਹਨਾਂ ਦੇ ਦਿਮਾਗ 'ਚ ਇੱਕ ਗਲਤ ਪਿਕਚਰ ਬਣ ਗਈ ਹੈ ਕਿ ਇਹ ਸਾਡੇ ਵੀ ਬੱਚਿਆਂ ਨੂੰ ਖਰਾਬ ਕਰ ਰਹੇ ਨੇ। ਮੈਂ 5 ਸਾਲਾਂ 'ਚ ਹਮੇਸ਼ਾ ਮੈਂ ਬਹੁਤ ਸਾਰੀ ਮਤਲਬ ਲੈਂਡਲੋਰਡਸ ਮੇਰੇ ਰਹੇ ਨੇ 3-4 ਜਗ੍ਹਾ, ਅਤੇ ਉਹ ਅੱਜ ਮੇਰੀ ਫੈਮਿਲੀ ਵਾਂਗ ਨੇ। ਅਤੇ ਉਹਨਾਂ 'ਚੋਂ ਮੈਨੂੰ ਇੱਦਾਂ, ਮੈਂ ਹੁਣ ਪਿਛਲੇ ਮਹੀਨੇ ਹੀ ਮੈਨੂੰ ਲੋੜ ਪੈ ਗਈ ਸੀ ਕਿ ਮੈਂ ਬੇਸਮੈਂਟ ਲੱਭਣੀ ਸੀਗੀ, ਅਤੇ ਮੈਂ ਕਾਫੀ ਘਰਾਂ 'ਚ ਗਈ ਦੇਖਣ। ਤਾਂ ਕਈ ਤਾਂ ਇੱਦਾਂ, ਮੈਂ ਅਤੇ ਮੇਰਾ ਬ੍ਰਦਰ ਗਏ ਸੀਗੇ, ਪਹਿਲਾਂ ਹੀ ਪੁੱਛਣ ਮਤਲਬ ਬੜੀ ਵੀਅਰਡ ਤਰੀਕੇ ਨਾਲ ਦੇਖਣਗੇ, ਪਹਿਲਾਂ ਹੀ ਤੁਹਾਨੂੰ ਇੱਦਾਂ ਦੇ ਕੁਐਸਚਨ ਪੁੱਛਣ ਲੱਗ ਜਾਣਗੇ, ਵੀ ਗਲਤ ਕਹਿਣਗੇ ਤੁਹਾਨੂੰ। ਕਿਉਂ? ਪਹਿਲਾਂ ਸਹੀ ਤਾਂ ਕਹੋ। ਜੇ ਕੁਛ ਗਲਤ ਮਤਲਬ ਤੁਹਾਨੂੰ ਦੇਖਦਾ ਆ, ਫਿਰ ਤੁਸੀਂ ਪੁਆਇੰਟ ਆਊਟ ਕਰੋ ਵੀ ਹਾਂ, ਤੁਸੀਂ ਫਿਰ ਪੁੱਛ ਵੀ ਸਕਦੇ ਹੋ ਤੁਸੀਂ ਵੀ, ਤੁਸੀਂ ਭੈਣ ਭਰਾ ਹੋ, ਜੇ ਤੁਹਾਨੂੰ ਕੋਈ ਗਲਤ ਲੱਗ ਰਿਹਾ ਆ, ਹੈ ਨਾ। ਉਹ ਪਹਿਲਾਂ ਹੀ ਜਿਹੜੀ ਅੱਧਿਆਂ ਦੇ ਦਿਮਾਗ 'ਚ ਗਲਤ ਪਿਕਚਰ ਬਣ ਗਈ। ਹੁਣ ਵੀ ਅਸੀਂ ਰਹਿੰਦੇ ਹਾਂ, ਉਹ ਆਂਟੀ ਹੋਣੀ 90s 'ਚ ਆਈ ਸੀ ਇੱਥੇ, ਬਹੁਤ ਵੱਡਾ ਉਹਨਾਂ ਨੇ ਬਿਜ਼ਨਸ ਇਸਟੈਬਲਿਸ਼ ਕੀਤਾ, ਬੜੇ ਰਿਸਪੈਕਟਫੁਲ ਨੇ ਉਹ, ਮਤਲਬ ਬਹੁਤ ਹੀ ਸਾਡੀ ਫੈਮਿਲੀ ਵਾਂਗ ਰਹਿੰਦੇ ਨੇ, ਕਦੀ ਉਹਨਾਂ ਨੇ ਆ ਕੇ ਥੱਲੇ ਇੰਟਰਫੇਅਰ ਨਹੀਂ ਕੀਤਾ। ਅਤੇ ਪਿਛਲੇ ਹਫ਼ਤੇ ਇੱਕ ਇੱਦਾਂ ਦੀ ਹੋਰ ਨਿਊਜ਼ ਆਈ ਹੈ, ਮੇਰੇ ਰਿਲੇਟਿਵਸ ਦੇ ਜਿੱਦਾਂ ਫੈਮਿਲੀ ਫਰੈਂਡਸ ਦੇ 2 ਬੱਚੇ ਨੇ ਇੰਟਰਨੈਸ਼ਨਲ ਸਟੂਡੈਂਟਸ, ਉਹ ਵੀ ਭੈਣ ਭਰਾ ਇਕੱਠੇ ਰਹਿ ਰਹੇ ਸੀਗੇ, ਅਤੇ ਲੈਂਡਲੋਰਡ ਨੇ ਰਾਤ ਨੂੰ 11:30 ਵਜੇ ਆ ਕੇ ਦਾਰੂ ਪੀ ਕੇ ਉਹਨਾਂ ਦੇ ਗੱਡੇ 'ਤੇ, ਉਹਨਾਂ ਦੇ ਦਰਵਾਜ਼ੇ 'ਤੇ ਬੈਂਗ ਮਤਲਬ ਮਾਰ ਕੇ, ਅਤੇ ਗਾਲਾਂ ਗੂਲਾਂ ਕੱਢ ਕੇ ਗਿਆ ਬਿਨਾਂ ਗੱਲ ਤੋਂ। ਫਿਰ ਉਹਨਾਂ ਨੇ ਵਿਚਾਰੇ ਨੇ ਪੁਲਿਸ ਬੁਲਾਈ, ਐਂਡ ਦੈਨ ਉਹ ਫਟਾਫਟ ਮੂਵ ਹੋਏ। ਸੋ ਇੱਦਾਂ ਦੇ ਵੀ ਬਹੁਤ ਸਾਰੇ ਕੇਸਿਸ ਨੇ ਕਿ
ਹੋਰ ਵੀ ਨੈਗੇਟਿਵਿਟੀ ਜਿਹੜੀ ਹੈਗੀ ਹੈ, ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਫੇਸ ਕਰਨੀ ਪੈ ਰਹੀ ਹੈ, ਉਹ ਇੱਕ ਇਕੱਲਾ ਸਿਚੁਏਸ਼ਨ ਨਹੀਂ ਹੈਗੀ, ਉਹ ਵੀ ਹੈਗੀ ਹੈ। ਪਰ ਮੇਰੀ ਹਰ ਕਿਸੇ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਜਿਹੜੇ ਪੁਰਾਣੇ ਵੀ ਆਏ ਨੇ, ਨਵੇਂ ਵੀ ਆਏ ਨੇ, ਜਦੋਂ ਮਰਜ਼ੀ ਵੀ ਆਏ ਨੇ, ਜੇ ਤੁਸੀਂ ਸੱਚੀ 'ਚ ਸੁਧਾਰਨਾ ਚਾਹੁੰਦੇ ਹੋ ਤਾਂ ਗੱਲਾਂ ਨਾ ਸਿਰਫ ਕਰੋ, ਟਰਾਈ ਕਰੋ। ਜੇ ਤੁਸੀਂ 2 ਜਣੇ ਵੀ ਸੁਧਾਰ ਦੋਗੇ ਨਾ ਤਾਂ ਤੁਹਾਡਾ ਸਫਲ ਹੈ। ਜੇ ਤੁਹਾਨੂੰ 2 ਵੀ ਇੰਟਰਨੈਸ਼ਨਲ ਸਟੂਡੈਂਟਸ ਮਿਲਦੇ ਆ ਅਤੇ ਤੁਸੀਂ ਉਹਨਾਂ ਨੂੰ ਸਹੀ ਗਾਈਡ ਕਰਤਾ, ਜੇ ਤੁਸੀਂ 2 ਨੂੰ ਹੀ ਸਹੀ ਗਾਈਡ ਕਰਕੇ ਸਹੀ ਰਸਤੇ 'ਤੇ ਪਾਤਾ, ਦੈਨ ਯੂ ਹੈਵ ਡਨ ਯੋਰ ਜੋਬ ਆਈ ਥਿੰਕ, ਹੈ ਨਾ। ਤੁਹਾਨੂੰ ਸਿਰਫ ਕੁਐਸਚਨ ਕਰਕੇ, ਪੁਆਇੰਟ ਕਰਕੇ ਉਹ ਤੁਹਾਡੀ ਜੋਬ ਕਰਨਾ ਨਹੀਂ ਹੈ। ਦੈਟਸ ਮਾਈ ਪੁਆਇੰਟ। ਦੋਸਤੋ, ਹਰਪ੍ਰੀਤ ਦੇ ਨਾਲ ਅਸੀਂ ਆਖਰੀ ਗੱਲਬਾਤ, ਜਿਹੜੀ ਆਖਰੀ ਸਵਾਲ ਉਹਨਾਂ ਦੇ ਨਾਲ ਕਰਾਂਗੇ। ਹਰਪ੍ਰੀਤ, ਤੁਸੀਂ ਦੱਸੋਗੇ ਇਹਦਾ ਤੁਸੀਂ ਹੱਲ ਕੀ ਦੇਖਦੇ ਹੋ ਹੁਣ, ਇਹਦਾ ਜਿਹੜੀ ਇਹ ਨੈਗੇਟਿਵਿਟੀ, ਇਹਦਾ ਸੋਲੂਸ਼ਨ ਕੀ ਹੈ? ਦੇਖੋ, ਹਰੇਕ ਕਮਿਊਨਿਟੀ 'ਚ ਹੁੰਦਾ ਆ, ਜਿੱਦਾਂ ਆਪਣੀ ਪੰਜਾਬੀ ਕਮਿਊਨਿਟੀ ਆ, ਬਾਕੀ ਕਮਿਊਨਿਟੀਜ਼ 'ਚ ਵੀ ਬੱਚਿਆਂ ਦਾ ਇਹ ਹਰੇਕ ਬੱਚਾ ਗਲਤੀ ਕਰ ਲੈਂਦਾ ਆ। ਦੈਟਸ ਅ ਨਾਰਮਲ ਥਿੰਗ। ਅਤੇ ਮੈਂ ਚਾਹੁੰਦੀ ਹਾਂ ਕਿ ਜੇ ਕੋਈ ਬੱਚਾ ਗਲਤੀ ਕਰਦਾ ਵੀ ਆ, ਪਹਿਲੀ ਗੱਲ ਤਾਂ ਜਿੱਦਾਂ ਦੱਸਿਆ ਕਿ ਉਹ ਜੇ ਬੱਚੇ ਹੈਗੇ ਵੀ ਆ ਬਹੁਤ ਨਾ ਮਾਤਰ ਗਿਣਤੀ ਵਿੱਚ ਆ, ਅਤੇ ਇੰਸਟੈਡ ਆਫ ਕਿ ਆਪਾਂ ਉਹਨਾਂ ਨੂੰ ਜੱਜ ਕਰੀਏ, ਉਹਨਾਂ ਬਾਰੇ ਗੱਲਾਂ ਫੈਲਾਈਏ, ਇੱਧਰ ਉੱਧਰ ਵੀਡੀਓ ਬਣਾ ਲਈ, ਕਦੀ ਇੱਧਰ ਵਾਇਰਲ ਕਰਤੀ, ਕਦੀ ਉੱਧਰ ਵਾਇਰਲ ਕਰਤੀ, ਉਹਨੂੰ ਐਗਜ਼ੈਜਰੇਟ ਕਰਨ ਨਾਲੋਂ, ਗੱਲ ਨੂੰ ਵਧਾਉਣ ਦੇ ਨਾਲੋਂ, ਜੇ ਆਪਾਂ ਐਜ਼ ਅ ਕਮਿਊਨਿਟੀ ਸਾਰੇ ਜਾਣੇ ਇਕੱਠੇ ਹੋ ਕੇ ਆਈਏ ਅਤੇ ਆਪਣੇ ਬੱਚਿਆਂ ਨੂੰ ਇੱਕ ਸਾਂਝੇ ਦੇਖੇ ਵੀ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ, ਅਤੇ ਉਹਨਾਂ ਨੂੰ ਜੱਜ ਕਰਨ ਤੋਂ ਜਗ੍ਹਾ ਉਹਨਾਂ ਨੂੰ ਹੱਗ ਕਰੀਏ ਐਂਡ ਉਹਨਾਂ ਨੂੰ ਸਮਝਾਈਏ ਕਿ ਹਾਂ ਇਟਸ ਓਕੇ, ਗਲਤੀ ਹੋ ਗਈ, ਲੈਸਨ ਸਿੱਖੋ ਇਹਦੇ ਤੋਂ ਅਤੇ ਆਪਦੇ ਆਪ ਨੂੰ ਹੁਣ ਸਹੀ ਰਸਤੇ 'ਤੇ ਲੈ ਕੇ ਆਓ। ਲਾਈਕ ਇਹਦੇ ਵਿੱਚ ਮੈਂ ਇਹ ਸਮਝਦੀ ਹਾਂ ਕਿ ਕਮਿਊਨਿਟੀ ਦੀ ਬਹੁਤ ਗਾਈਡੈਂਸ ਦੀ ਲੋੜ ਆ, ਕਮਿਊਨਿਟੀ ਦੀ ਸਪੋਰਟ ਅਹਿਮ ਹੈ ਇਹਦੇ 'ਚ। ਹਾਂਜੀ। ਦੋਸਤੋ, ਅਸੀਂ ਗੱਲਬਾਤ ਕੀਤੀ ਇਹਨਾਂ ਕੁਛ ਵਿਦਿਆਰਥੀਆਂ ਦੇ ਨਾਲ, ਕੁਛ ਵਿਦਿਆਰਥੀ ਜਿਹੜੇ ਹੁਣ ਪੱਕੇ ਹੋ ਚੁੱਕੇ ਆ। ਮਸਲਾ ਬੜਾ ਸਿੱਧਾ ਆ, ਮਾੜਾ ਮਾੜਾ ਆ, ਚੰਗਾ ਚੰਗਾ ਆ, ਉਹ ਚਾਹੇ ਇੱਥੇ ਵਾਲਿਆਂ 'ਚ ਆ, ਚਾਹੇ ਸਟੂਡੈਂਟਸ 'ਚ ਆ। ਔਰ 2-3 ਗੱਲਾਂ ਦੇ ਵਿੱਚ ਬੜੇ ਇਹਨਾਂ ਦੇ ਸਖਤ ਜਵਾਬ ਵੀ ਨੇ, ਇਹਨਾਂ ਬੱਚਿਆਂ ਦੇ ਬੜੇ ਸਖਤ ਸਵਾਲ ਵੀ ਨੇ ਵੱਡਿਆਂ ਨੂੰ, ਕਿ ਜੇ ਉਹ ਕੁੜੀਆਂ ਗਲਤ ਨੇ ਤਾਂ ਉਹਨਾਂ ਨਾਲ ਗਲਤ ਹੋਣ ਵਾਲਾ ਕੌਣ ਆ? ਉਹ ਇੱਥੋਂ ਵਾਲੇ ਨੇ। ਇਸ ਕਰਕੇ ਇਹਦੇ ਲਈ ਤੁਸੀਂ ਵੀ ਜ਼ਿੰਮੇਵਾਰ ਆ। ਕਿਤੇ ਨਾ ਕਿਤੇ ਔਰਤ ਇੱਥੇ ਵੀ ਇਹ ਸਾਰੇ ਕੁਛ ਦੇ ਵਿੱਚ ਉਹ ਦੂਜੇ ਨੰਬਰ 'ਤੇ ਆ। ਔਰ ਉਹ ਜਿਹੜਾ ਸਾਡਾ ਇੱਕ ਸਿਸਟਮ ਉਹਦੇ ਵਿੱਚ ਪਿਆ ਆ ਕਿ ਔਰਤ ਜਿਹੜਾ ਵੀ ਕੋਈ ਗੁਨਾਹ ਕਰਦੀ ਆ ਉਹ ਫੁੱਲ ਬਣ ਕੇ ਤਰਦਾ ਰਹਿੰਦਾ, ਬੰਦੇ ਦੇ ਗੁਨਾਹ ਜਿਹੜੇ ਆ ਉਹ ਪੱਥਰ ਬਣ ਕੇ ਡੁੱਬ ਜਾਂਦੇ ਆ। ਉਹ ਮੈਂਟੈਲਿਟੀ ਵੀ ਕਿਤੇ ਨਾ ਕਿਤੇ ਇੱਥੇ ਹੈਗੀ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਅਸੀਂ ਵਿਸਥਾਰ ਵਿੱਚ ਗੱਲਬਾਤ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।